वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 154। ਭਾਗ 9ਵਾਂ। ਬਾਬਾ ਫਿਰ ਮੱਕੇ ਗਿਆ। ਮਾਤਾ ਤ੍ਰਿਪਤਾ ਅਤੇ ਪਿਤਾ ਕਾਲੂ ਜੀ ਦਾ ਅਕਾਲ ਚਲਾਣਾ। ਗੁਰੂ ਨਾਨਕ ਦੇਵ ਜੀ ਤਲਵੰਡੀ ਵਿੱਚ ਹੀ ਸਨ ਕਿ ਮਾਤਾ ਤ੍ਰਿਪਤਾ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਉਹਨਾਂ ਨੂੰ ਰੋਕ ਲਿਆ। ਮਾਤਾ ਪਿਤਾ ਜੀ ਹੁਣ ਰੋਜ਼ ਕੀਰਤਨ ਵਿੱਚ ਜੁੜਦੇ। ਮਹਿਤਾ ਕਾਲੂ ਜੀ ਵੀ ਕਹਿਣ ਲੱਗ ਪਏ ਕਿ ਉਹ ਨਾਨਕ ਨੂੰ ਜਾਣ ਨਹੀਂ ਸਕੇ। 15 ਮਾਰਚ 1519 ਨੂੰ ਮਾਤਾ ਤ੍ਰਿਪਤਾ ਜੀ ਨੇ ਰਾਜੀ ਬਾਜੀ ਗੱਲਾਂ ਕਥਾ ਕਰਦੇ ਹੋਏ ਆਪਣੇ ਸਪੁੱਤਰ ਗੁਰੂ ਨਾਨਕ ਅਤੇ ਪੋਤਰਿਆਂ ਦੇ ਹੱਥਾਂ ਵਿੱਚ ਸੱਪ ਦੇ ਕੁੰਜ ਛੱਡਣ ਵਾਂਗ ਦੇਹ ਤਿਆਗ ਦਿੱਤੀ। ਉਸ ਤੋਂ ਤੀਜੇ ਦਿਨ ਮਹਿਤਾ ਕਾਲੂ ਜੀ ਨੇ ਵੀ ਸਰੀਰ ਛੱਡ ਦਿੱਤਾ। ਪਿਤਾ ਜੀ ਦਾ ਸੰਸਕਾਰ ਹੱਥੀਂ ਕਰਕੇ ਅਸਥੀਆਂ ਮਹਾਰਾਜ ਨੇ ਰਾਵੀ ਵਿੱਚ ਪ੍ਰਵਾਹ ਕਰ ਦਿੱਤੀਆਂ। ਘਰ ਦਾ ਸਮਾਨ ਆਪ ਜੀ ਨੇ ਲੋੜਵੰਦਾਂ ਨੂੰ ਵੰਡ ਦਿੱਤਾ। ਜ਼ਮੀਨ ਚਾਚੇ ਲਾਲੂ ਚੰਦ ਜੀ ਨੂੰ ਸੌਂਪ ਕੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਮੱਕੇ ਵੱਲ ਚੱਲ ਪਏ। ਨੀਲੇ ਬਸਤਰ ਪਾਲੇ, ਇੰਜ ਪ੍ਰਤੀਤ ਹੋਵੇ ਕਿ ਬਣਵਾਰੀ ਰੂਪ ਹਨ। ਹੱਥ ਵਿੱਚ ਆਸਾ ਅਤੇ ਖੱਬੇ ਪਾਸੇ ਕਿਤਾਬ ਅਤੇ ਬਾਗ ਦੇਣ ਵਾਲਾ ਮੁਸੱਲਾ ਅਤੇ ਕੂਜਾ ਨਾਲ ਲੈ ਲਿਆ। ਭਾਈ ਮਰਦਾਨਾ ਜੀ ਨਾਲ ਹੀ ਸਨ। ਜਨਮ ਸਾਖੀਆਂ ਤਾਂ ਇਹ ਲਿਖਦੀਆਂ ਹਨ ਕਿ ਮਰਦਾਨਾ ਜੀ ਨੇ ਕਿਹਾ, ਮਹਾਰਾਜ ਹੁਣ ਮੱਕੇ ਵੱਲ ਚੱਲੋ। ਗੁਰੂ ਜੀ ਵੀ ਇਹ ਜਾਣਦੇ ਸਨ ਕਿ ਇਸਲਾਮ ਵਿੱਚ ਆਈ ਕੱਟੜਤਾ ਮੱਕੇ ਪੁੱਜ ਕੇ ਹੀ ਰੋਕੀ ਜਾ ਸਕਦੀ ਹੈ। ਮੱਕੇ ਜਾਣਾ ਵੀ ਸੀਸ ਤਲੀ ਤੇ ਰੱਖਣਾ ਸੀ। ਪੁਰਾਤਨ ਜਨਮ ਸਾਖੀ ਅਨੁਸਾਰ ਇਸ ਉਦਾਸੀ ਵਿੱਚ ਪੈਰੀ ਖੜੌਂਸਾਂ ਚਮਕੀਆਂ ਤਨ ਨੀਲੇ ਬਸਤਰ ਥੇ। ਪਾਕਪਟਨ ਤਲਵੰਡੀ ਤੋਂ ਉਹਨਾਂ ਦੇ ਸਫ਼ਰ ਬਾਰੇ ਗਿਆਨੀ ਗਿਆਨ ਸਿੰਘ ਜੀ ਦਾ ਵਿਚਾਰ ਹੈ ਕਿ ਉਹ ਸਰਕਪੁਰ ਸ਼ੇਖਪੁਰਾ ਤੋਂ ਹੋ ਕੇ ਕਟਾਸ ਰਾਜ ਅਤੇ ਫਿਰ ਹਜ਼ਾਰਾਂ ਆਦ ਹੁੰਦੇ ਹੋਏ ਸਿੰਧ ਵਿੱਚੋਂ ਹੋ ਕੇ ਹਿਗਲਾਜ ਤੋਂ ਜਹਾਜ਼ ਤੇ ਸਵਾਰ ਹੋ ਕੇ ਅਦਨ ਅਤੇ ਫਿਰ ਮੱਕੇ ਵੱਲ ਗਏ। ਗੁਰੂ ਨਾਨਕ ਦੇਵ ਜੀ ਨੇ ਇਹ ਰਾਹ ਅਪਣਾਇਆ ਨਹੀਂ ਲੱਗਦਾ, ਕਿਉਂਕਿ ਉਹਨਾਂ ਹਾਜੀਆਂ ਨਾਲ ਸਤੰਬਰ 1519 ਨੂੰ ਮੱਕੇ ਜਾਣਾ ਸੀ। ਸੰਨ 1519 ਵਿੱਚ ਹੱਜ ਦਾ ਦਿਹਾੜਾ ਦਸੰਬਰ 5 ਨੂੰ ਆਉਂਦਾ ਸੀ। ਹੱਜ ਇਸਲਾਮੀ ਸਾਲ ਹਿਜਰੀ ਦੇ ਆਖਰੀ ਮਹੀਨੇ ਜੁਲ ਹਿਜਰ ਦੀ 10ਵੀਂ ਤਰੀਕ ਨੂੰ ਹੁੰਦਾ ਹੈ। ਉਸ ਦਿਨ ਹੀ ਬਕਰੀਦ ਹੁੰਦੀ ਹੈ। ਸੋ ਮਿਹਰਬਾਨ ਦੀ ਜਨਮ ਸਾਖੀ ਅਨੁਸਾਰ ਤਲਵੰਡੀ ਦੇ ਪੱਛਮ ਵਿੱਚ ਦੇ ਮਾਣੇ ਗੋਪਾਲੇ ਵੱਡਿਆਂ ਜੋਧਕਿਆਂ ਖਾਨਪੁਰ ਸੁਹਿੰਦੇ ਮਿੱਠੇ ਅਰਾਈ ਸੱਤ ਘਰੇ ਮਾਝੇ ਦੀ ਧਰਤੀ ਵਿੱਚ ਕਰ ਕਸੂਰ ਤੋਂ ਹੁੰਦੇ ਸ਼ੇਖ ਫਰੀਦੇ ਦੇ ਪਟਨ ਦੇ ਸਵਾਦ ਨਜ਼ਦੀਕ ਕੋਹਾਂ ਦੂਹ ਕੂਹ ਦੇ ਫਰਕ ਆਇਆ ਬੈਠਾ ਜੰਗਲ ਵਿੱਚ। ਆਪ ਜੀ ਨੇ ਉੱਥੇ ਪੁੱਜਦੇ ਸਾਰ ਆਪੇ ਪਟੀ ਕਲਮ ਆਪ ਉੱਪਰ ਲੇਖ ਪੀ ਤੂੰ ਏਕੇ ਕਹੀਏ ਨਾਨਕਾ ਦੂਜਾ ਕਾਹੇ ਕੂ ਦਾ ਸਲੋਕ ਉੱਚੀ ਆਵਾਜ਼ ਵਿੱਚ ਪੜ੍ਹਿਆ। ਫਰੀਦ ਜੀ ਦੀ ਗੱਦੀ ਉੱਪਰ ਉਸ ਸਮੇਂ ਸ਼ੇਖ ਬ੍ਰਹਮ ਸੀ। ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ, ਪਟਨ ਮੋ ਸ਼ੇਖ ਇਬਰਾਹਿਮ ਰਹੇ ਸਾਹਿਬ ਸਜਾਂਦਾ ਸਭ ਕੋ ਕਹੇ। ਉਸ ਦਾ ਚੇਲਾ, ਜਿਸ ਦਾ ਨਾਂ ਕਮਾਲ ਕਰਕੇ ਲਿਖਿਆ ਹੈ, ਸਵੇਰੇ ਹੀ ਬਾਹਰੋਂ ਲੱਕੜੀਆਂ ਚੁਣਨ ਲਈ ਗਿਆ ਹੋਇਆ ਸੀ। ਜਦ ਉਸਨੇ ਇੱਕ ਦਾ ਹੋਕਾ ਸੁਣਿਆ ਤਾਂ ਉਸਨੇ ਕਿਹਾ, ਇਹ ਤਾਂ ਠੀਕ ਹੈ ਕਿ ਉਹ ਇੱਕ ਹੈ ਅਤੇ ਸੁਣ ਕੇ ਸੁੱਖ ਵੀ ਮਿਲਿਆ ਹੈ, ਪਰ ਹੱਦਾਂ ਤਾਂ ਦੋ ਹਨ। ਕਿਸ ਨੂੰ ਸੇਵਿਆ ਜਾਵੇ ਅਤੇ ਕਿਸ ਨੂੰ ਛੱਡਿਆ ਜਾਏ। ਇੱਕ ਸਾਹਿਬ ਦੋਵੇਂ ਹੱਦੀ, ਕਿਹੜਾ ਸੇਵੀ ਕਿਹੜਾ ਰਦੀ। ਉਸ ਦਾ ਭਾਵ ਸੀ ਕਿ ਮਾਇਆ ਤੋਂ ਬਗੈਰ ਵੀ ਟੁਰਨ ਨਹੀਂ ਹੁੰਦਾ। ਮਹਾਰਾਜ ਨੇ ਫਰਮਾਇਆ, ਹਿੱਕੋ ਸਾਹਿਬ ਹਿੱਕਾ ਹੱਦ ਹਿੱਕੋ ਸੇਵੀ ਦੂਜਾ ਰੱਦ। ਦੁਨੀਆ ਦਾ ਰਾਹ ਛੱਡ ਕੇ ਦੀਨ ਦਾ ਹੀ ਅਪਣਾਉਣਾ ਠੀਕ ਹੈ। ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ। ਇਹ ਵਿਚਾਰ ਸੁਣ ਕੇ ਉਹ ਦੌੜਦਾ ਆਪਣੇ ਪੀਰ ਪਾਸ ਆਇਆ ਤੇ ਕਹਿਣ ਲੱਗਾ ਕਿ ਇੱਕ ਐਸਾ ਫਕੀਰ ਆਇਆ ਹੈ ਜੋ ਦੁਨੀਆ ਨੂੰ ਰੱਦ ਕੇ ਦੀਨ ਦਾ ਹੀ ਢੰਡੋਰਾ ਦੇ ਰਿਹਾ ਹੈ। ਪੀਰ ਨੇ ਉਸੇ ਸਮੇਂ ਕਿਹਾ, ਮੈਂ ਕੂਕਨ ਜਲ ਉਠਾਊਂ, ਭਾਵ ਮੈਨੂੰ ਲੈ ਚੱਲ ਉੱਥੇ।
ਮੈਂ ਉਹਦਾ ਦੀਦਾਰ ਕਰੀ ਵਿਚਾਰਾਂ ਹੁੰਦੀਆਂ ਰਹੀਆਂ। ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਜੀ ਨੇ ਆਸਾ ਦੀ ਵਾਰ ਦੀਆਂ 9 ਪੌੜੀਆਂ ਉੱਥੇ ਰਚੀਆਂ। 15 ਪੌੜੀਆਂ ਦੁਨੀ ਚੰਦ ਦੀ ਡਿਉਢੀ ਲਾਹੌਰ ਵਿੱਚ ਉਚਾਰੀਆਂ ਸਨ। ਉੱਥੇ ਦੁਨੀ ਦਾ ਪ੍ਰਭਾਵ ਲਾਇਆ ਸੀ। ਇੱਥੇ ਅਸਲ ਦੀਨ ਦਰਸਾਇਆ। ਜਦ ਸ਼ੇਖ ਬ੍ਰਹਮ ਨੇ ਪੁੱਛਿਆ, ਨਾਨਕ ਨਦਰ ਪਿੱਛੇ ਸੇਵਾ ਕੀ ਸੇਵਾ ਪਿੱਛੇ ਨਦਰ, ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਸੇਵਾ ਕਰ ਕਰ ਗਰਬ ਨਾ ਕਰੀ, ਨਿਰਹੰਕਾਰ ਹੋਏ ਤਾਂ ਇਸ ਉੱਪਰ ਸਾਹਿਬ ਕੀ ਨਜ਼ਰ ਹੋਏ। ਸੋ ਪਹਿਲੋਂ ਸੇਵਾ ਅਤੇ ਸਾਹਿਬ ਪਾਈਵੈ। ਫਿਰ ਉਸਨੇ ਪੁੱਛਿਆ ਕਿ ਕਿਹੜੀ ਛੁਰੀ ਚਲਾਈ ਜਾਵੇ ਕਿ ਬੰਦਾ ਹਲਾਲ ਹੋਵੇ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਸੱਚ ਕੀ ਕਾਤੀ, ਸੱਚ ਸਭ ਸਾਰ, ਘਾੜਤ ਤਿਸਕੀ ਅਪਰ ਅਪਾਰ, ਸ਼ਬਦੇ ਸਾਣ ਰਖਾਈ ਲਾਈ, ਗੁਣ ਕੀ ਠੇਕੇ ਵਿੱਚ ਸਮਾਈ, ਤਿਸ ਦਾ ਕੁਠਾ ਹੋਵੇ ਸੇਖ, ਲੋਹੂ ਲਬ ਨਿਥਕਾ ਵੇਖ, ਹੋਏ ਹਲਾਲ ਲਗੇ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਭਾਵ ਸੀ ਛੁਰੀ ਪ੍ਰਭੂ ਦੇ ਨਾਮ ਵਿੱਚ ਤਿਆਰ ਕਰੇ ਅਤੇ ਉਸ ਨੂੰ ਹੀ ਸ਼ਬਦ ਦੀ ਸਾਣ ਤੇ ਰੱਖ ਕੇ ਤਿੱਖਾ ਕਰੇ ਅਤੇ ਪ੍ਰਭੂ ਦੇ ਗੁਣਾਂ ਵਾਲੀ ਮਿਆਨ ਵਿੱਚ ਛੁਰੀ ਟਿਕਾਈ ਰੱਖੇ। ਰਾਹ ਜਾਂਦੇ ਗਲਾ ਨਾ ਕੱਟੀ ਜਾਵੇ। ਫਿਰ ਛੁਰੀ ਨਾਲ ਸ਼ੇਖ ਜੀ, ਜੇ ਆਪਣੇ ਆਪ ਨੂੰ ਕੱਟ ਦਿੱਤਾ ਜਾਏ ਤਾਂ ਲੱਭ ਰੂਪ ਲਹੂ ਜ਼ਰੂਰ ਨਿਕਲ ਜਾਏਗਾ, ਪਰ ਪ੍ਰਭੂ ਦਰ ਪ੍ਰਾਪਤ ਹੋ ਜਾਏਗਾ। ਉਸ ਨੇ ਵਾਹ ਨਾਨਕ ਜਿਨ ਸਾਹਿਬ ਦੇ ਰਾਹੀਂ ਦੀ ਸੋਝੀ ਦਿੱਤਾਸੂ, ਆਖ ਸਿਰ ਝੁਕਾਇਆ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਜਬ ਪੀਰ ਯਹ ਜਾਮ ਵਹਿਦਤ ਪਿਆ, ਮੁਹੱਬਤ ਕੇ ਦਰਿਆਏ ਗੋਤਾ ਲਿਆ। ਗੁਰੂ ਨਾਨਕ ਦੇਵ ਜੀ ਨੇ ਉਸ ਕੋਲੋਂ ਹੀ ਬਾਬਾ ਫਰੀਦ ਜੀ ਦੇ 112 ਸ਼ਲੋਕ ਅਤੇ 4 ਸ਼ਬਦ ਲੈ ਕੇ ਕਿਤਾਬ ਵਿੱਚ ਦਰਜ ਕੀਤੇ, ਜਿਨ੍ਹਾਂ ਨੂੰ ਪਿੱਛੋਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਦਰਜ ਕਰਕੇ ਏਕੋ ਧਰਮ ਦ੍ਰਿੜੈ ਸੱਚ ਕੋਏ ਦਾ ਪ੍ਰਤੱਖ ਪ੍ਰਮਾਣ ਦਿੱਤਾ। ਬਾਬਾ ਫਰੀਦ ਜੀ ਕਹਿੰਦੇ ਹਨ ਕਿ ਔਰੰਗਜ਼ੇਬ ਦੀ ਤਲਵਾਰ ਇੰਨੇ ਮੁਸਲਮਾਨ ਨਹੀਂ ਬਣਾ ਸਕੀ ਜਿੰਨੇ ਫਰੀਦ ਜੀ ਦੀ ਮਿਠਾਸ ਨੇ ਬਣਾਈ। ਉਹਨਾਂ ਨੂੰ ਮਿੱਠਾ ਬੋਲਣ ਅਤੇ ਨਿਵ ਚੱਲਣ ਕਰਕੇ ਹੀ ਸ਼ਕਰਗੰਜ ਕਿਹਾ ਜਾਂਦਾ ਹੈ। ਉਹ ਸ਼ੱਕਰਖੰਡ, ਨਿਵਾਤ, ਮਾਖਿਓਂ ਗੁੜ ਜਿਤਨੇ ਹੀ ਮਿੱਠੇ ਸਨ। ਫਰੀਦ ਜੀ ਦਾ ਪੂਰਾ ਨਾਮ ਫਰੀਦ ਉਦ ਦੀਨ ਮਸੂਦ ਸੀ। ਆਪ ਜੀ ਦਾ ਜਨਮ ਸੰਨ 1773 ਨੂੰ ਰਮਜ਼ਾਨ ਦੇ ਪਹਿਲੀ ਵਾਲੇ ਦਿਨ ਹੋਇਆ ਸੀ। ਕਾਬਲ ਉਹਨਾਂ ਇਸਲਾਮੀ ਤਾਲੀਮ ਪਾਈ ਸੀ। ਉੱਥੋਂ ਮੁਲਤਾਨ ਆਏ ਅਤੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਅਤੇ ਉਹਨਾਂ ਦੇ ਮੁਰੀਦ ਬਣ ਗਏ। ਆਪ ਜੀ ਕੁਝ ਚਿਰ ਹਾਂਸੀ ਅਤੇ ਸਰਸਾ ਵਿੱਚ ਰਹੇ ਅਤੇ ਫਿਰ ਪਾਕਪਟਨ ਆ ਗਏ, ਜਿਸ ਨੂੰ ਉਸ ਸਮੇਂ ਅਜੋਦਨ ਕਿਹਾ ਜਾਂਦਾ ਸੀ। ਆਪ ਜੀ ਗ੍ਰਹਿਸਤੀ ਸਨ ਅਤੇ ਜੀਵਨ ਬਹੁਤ ਸਾਦਾ ਸੀ। ਦੰਭ ਭੇਖ ਤੜਕ ਭੜਕ ਤੋਂ ਬਹੁਤ ਦੂਰ ਰਹਿੰਦੇ ਸਨ। ਸੀਰੀਅਲ ਔਲਿਆਂ ਅਨੁਸਾਰ ਇਹਨਾਂ ਦੇ 5 ਲੜਕੇ ਅਤੇ 3 ਲੜਕੀਆਂ ਹੋਈਆਂ। ਵੱਡਾ ਬੇਟਾ ਵਾਹੀ ਕਰਦਾ ਸੀ ਅਤੇ ਦੂਜਾ ਬੇਟਾ ਸਿਹਾਬੂਦੀਨ ਫਰੀਦ ਜੀ ਦੀ ਦੇਖਭਾਲ ਕਰਦਾ ਸੀ। ਤੀਜਾ ਸਿਪਾਹੀ ਸੀ ਅਤੇ ਅਖੀਰਲਾ ਅਲਬੇਲੇ ਸੁਭਾਅ ਦਾ ਸੀ। ਗੱਦੀ ਤੇ ਤੀਜਾ ਖਵਾਜਾ ਬਦਰਦੀਨ ਬੈਠਿਆ। ਕਦੀ ਰੁਪਇਆ ਪਾਸ ਨਾ ਰੱਖਦੇ, ਜੋ ਆਂਦਾ ਲੋੜਵੰਦਾਂ ਵਿੱਚ ਵੰਡ ਦਿੰਦੇ। ਇੱਥੋਂ ਤੱਕ ਕਿ ਜਦ ਗੁਜ਼ਰੇ ਤਾਂ ਉਸ ਸਮੇਂ ਘਰ ਵਿੱਚ ਕਫਨ ਲਈ ਵੀ ਪੈਸੇ ਨਹੀਂ ਸਨ। ਪਰ ਦੂਜੇ ਪਾਸੇ ਜੇ ਸਮੇਂ ਦੇ ਸ਼ਾਹ ਨੇ 4 ਪਿੰਡਾਂ ਦਾ ਪਟਾ ਦੇਣਾ ਚਾਹਿਆ ਤਾਂ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਵਾਰੀ 100 ਦਰਵੇਸ਼ਾਂ ਬਜ਼ੁਰਗਾਂ ਨੂੰ 4 ਸਵਾਲ ਪੁੱਛੇ ਸਨ। ਸਭ ਦਾ ਜਵਾਬ ਇੱਕ ਹੀ ਆਇਆ ਸੀ। ਪਹਿਲਾ ਸਵਾਲ ਸੀ, ਸਭ ਤੋਂ ਅਕਲਮੰਦ ਕੌਣ ਹੈ? ਤਾਂ ਸਭਨਾਂ ਦਾ ਉੱਤਰ ਸੀ, ਤਿਆਗੀ। ਦੂਜਾ ਪ੍ਰਸ਼ਨ ਸੀ, ਸਭ ਤੋਂ ਵੱਡਾ ਕੌਣ ਹੈ? ਤਾਂ ਉੱਤਰ ਸੀ, ਜੋ ਸੁੱਖ ਦੁੱਖ ਨੂੰ ਸਮਾਨ ਜਾਣਦਾ ਹੈ ਅਤੇ ਬਦਲਦਾ ਨਹੀਂ। ਤੀਜਾ ਪ੍ਰਸ਼ਨ ਸੀ, ਸਭ ਤੋਂ ਅਮੀਰ ਕੌਣ ਹੈ? ਤਾਂ ਜਵਾਬ ਸੀ, ਸੰਤੋਖੀ। ਆਖਰੀ ਸਵਾਲ ਸੀ, ਗਰੀਬ ਕੌਣ ਹੈ? ਤਾਂ ਉੱਤਰ ਸੀ, ਜਿਸ ਸੰਤੋਖ ਤਿਆਗਿਆ। ਸਮੇਂ ਦੇ ਬੜੇ ਕਦਰਦਾਨ ਸਨ। ਬੇਪਰਵਾਹ ਅਤੇ ਬੇਵਾਕ ਇੰਨੇ ਸਨ ਕਿ ਸ਼ਾਹ ਬਲਬਨ ਦੀ ਵੀ ਪਰਵਾਹ ਨਾ ਕਰਦੇ। ਕਿਹਾ ਕਰਦੇ ਸਨ ਕਿ ਜੇ ਵੱਡਾ ਬਣਨ ਦੀ ਇੱਛਾ ਹੈ ਤਾਂ ਬਾਦਸ਼ਾਹ ਵੱਲ ਨਾ ਝਾਕੋ। ਹੋਰ ਬਚਨ ਸਨ, ਸਾਰੀ ਦੁਨੀਆ ਦਾ ਵੈਰ ਸਹੇੜਨਾ ਚਾਹੁੰਦੇ ਹੋ ਤਾਂ ਹੰਕਾਰੀ ਬਣੋ, ਅਤੇ ਜੇ ਆਦਰ ਮਾਣ ਲੈਣਾ ਚਾਹੁੰਦੇ ਹੋ
ਤਾਂ ਗਰੀਬਾਂ ਕੋਲ ਬੈਠੋ। ਅਜਿਹਾ ਉਪਰਾਲਾ ਕਰ ਕਿ ਮਰਨ ਤੋਂ ਪਹਿਲਾਂ ਜਿੰਦਾ ਹੋ ਜਾਏ। ਜਿਹੋ ਜਿਹਾ ਹੈ ਉਹ ਜਿਹਾ ਹੀ ਲੋਕਾਂ ਨੂੰ ਵਿਖਾ, ਨਹੀਂ ਤਾਂ ਇੱਕ ਦਿਨ ਕੱਲੀ ਆਪਣੇ ਆਪ ਖੁੱਲ੍ਹ ਜਾਏਗੀ। ਸੂਫੀ ਉਹ ਹੀ ਹੈ ਜਿਸ ਤੋਂ ਹਰ ਚੀਜ਼ ਪਵਿੱਤਰਤਾ ਹਾਸਲ ਕਰ ਲਵੇ, ਗੁੱਸਾ ਮਨ ਨਾ ਹੰਢਾਏ। ਉਹ ਸਦਾ ਫਰਮਾਇਆ ਕਰਦੇ ਸਨ ਕਿ ਸੁੱਖ ਦਾ ਰਾਹ ਉਹਨਾਂ ਦੀ ਨਜ਼ਰ ਵਿੱਚ ਇਹ ਸੀ, ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਅਤੇ ਫਰੀਦ ਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਉ। ਆਪ ਜੀ ਦਾ ਦੇਹਾਂਤ 17 ਅਕਤੂਬਰ ਸਨ 1266 ਈਸਵੀ ਨੂੰ ਮੁਹਰਮ ਦੀ 5 ਨੂੰ ਹੋਇਆ। ਨਿਜ਼ਾਮ-ਉਦ-ਦੀਨ ਔਲੀਆ ਉਹਨਾਂ ਦੇ ਰੂਹਾਨੀ ਪੈਰੋਕਾਰ ਸਨ। ਸ਼ੇਖ ਬ੍ਰਹਮ ਜੋ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ, ਇਸ ਗੱਦੀ ਉੱਪਰ 12ਵੀਂ ਥਾਂ 'ਤੇ ਸਨ। ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਮਿਠਾਸ ਅਤੇ ਵਲਵਲਾ ਹਿਰਦੇ ਨੂੰ ਧੂ ਪਾਉਂਦਾ ਹੈ। ਜਦ ਉਹ ਪੜ੍ਹਦੇ ਹੋਣਗੇ, ਉੱਠ ਫਰੀਦਾ ਉਜ ਸਾਜ ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ, ਤਾਂ ਕੋਈ ਵਿਰਲਾ ਹੀ ਹੋਵੇਗਾ ਜੋ ਸਿਜਦੇ ਵਿੱਚ ਨਾ ਹੋ ਜਾਂਦਾ ਹੋਵੇ। ਸੱਜਣ, ਪਾਕਪਟਨ ਤੋਂ ਆਪ ਜੀ ਉਸ ਨਗਰ ਪੁੱਜੇ ਜਿਸ ਨੂੰ ਤੁਲੰਬਾ ਕਹਿੰਦੇ ਹਨ। ਲਾਹੌਰ ਵੱਲ ਜਾਂਦਿਆਂ ਤੁਲੰਮਾ ਖਾਨੇਵਾਲ ਵਾਲੀ ਸੜਕ 'ਤੇ ਆਉਂਦਾ ਹੈ। ਉਸ ਦੇ ਲਾਗੇ ਹੀ ਮਖਦੂਮਪੁਰ ਹੈ ਅਤੇ ਉਸ ਨੂੰ ਸੱਜਣ ਨਗਰੀ ਕਹਿੰਦੇ ਹਨ। ਸੱਜਣ ਅਤੇ ਕੱਜਣ ਚਾਚਾ ਭਤੀਜਾ ਸਨ। ਕੱਜਣ ਬੰਦਿਆਂ ਨੂੰ ਘੇਰ ਕੇ ਸੱਜਣ ਦੀ ਧਰਮਸ਼ਾਲਾ ਵਿੱਚ ਲੈ ਆਉਂਦਾ ਸੀ ਅਤੇ ਸੱਜਣ ਰਾਤ ਨੂੰ ਜੜੀ ਬੂਟੀਆਂ ਸੁੰਘਾ ਕੇ ਆਰਾਮ ਕਰਦੇ ਅਮੀਰ ਯਾਤਰੂਆਂ ਨੂੰ ਲੁੱਟ ਲੈਂਦਾ ਸੀ ਅਤੇ ਫਿਰ ਕਤਲ ਕਰਕੇ ਖੂਹ ਵਿੱਚ ਜਾਂ ਖੇਤਾਂ ਵਿੱਚ ਦਬਾ ਦਿੰਦਾ ਸੀ। ਉਹ ਆਪਣਾ ਕੰਮ ਇਸ ਸਫਾਈ ਨਾਲ ਕਰਦਾ ਸੀ ਕਿ ਕਿਸੇ ਨੂੰ ਸੂਹ ਤੱਕ ਨਹੀਂ ਸੀ ਲੱਗਦੀ। ਜੋ ਉਸ ਦੀ ਮਾਰ ਤੋਂ ਬਚ ਕੇ ਜਾਂਦੇ ਸਨ, ਉਹ ਸਗੋਂ ਉਸ ਦੇ ਸੋਲੇ ਗਾਉਂਦੇ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਜਦ ਸੱਜਣ ਨਗਰੀ ਪੁੱਜੇ ਤਾਂ ਉਹਨਾਂ ਨੇ ਉਸ ਪਾਸ ਜਾਣ ਦਾ ਮਨ ਬਣਾ ਲਿਆ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਬਾਬਾ ਜੀ ਧਰਮਸਾਲ ਮੋ ਆਏ, ਦੇਖ ਸੱਜਣ ਸਭ ਭੇਖ ਬਣਾਏ, ਅੰਤਰ ਕਪਟ ਪਾਪ ਕੀ ਮਤ, ਬਾਹਰ ਭੇਖ ਦਿਖਾਵੇ ਪਤ, ਜੇ ਕੋਈ ਤਾਂ ਕੇ ਘਰ ਆਵੇ, ਕਰੇ ਟਹਿਲ ਸੁਖ ਭੋਗ ਭੁਗਾਵੇ, ਜਾਂ ਪਹਿ ਧਨ ਸੰਪੇ ਕੁਛ ਜਾਣੇ, ਲੈ ਜਾਵੇ ਅੰਤਰ ਕਿਸੀ ਬਹਾਨੇ, ਗਲਾ ਕਾਟ ਕੂਪ ਮਹਿ ਡਾਰੇ, ਧਨ ਬਟੋਰ ਕਰ ਅੰਤਰ ਧਾਰੇ। ਜਦ ਗੁਰੂ ਜੀ ਪੁੱਜੇ ਤਾਂ ਸੱਜਣ ਨੇ ਬਹੁਤ ਆਦਰ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਉਸ ਦੇ ਮੋਢੇ ਦੀ ਤਰਫ ਦੇਖ ਕੇ ਹੱਸੇ ਅਤੇ ਕਿਹਾ, ਤੇਰਾ ਨਾਮ ਕਿਆ ਹੈ? ਉਸ ਕਿਹਾ, ਜੀ ਮੇਰਾ ਨਾਂ ਸੱਜਣ ਹੈ। ਤਾਂ ਗੁਰੂ ਜੀ ਨੇ ਉਸ ਨੂੰ ਦੁਹਰਾ ਕੇ ਕਿਹਾ, ਜੀ ਤੇਰਾ ਨਾਂ ਸੱਜਣ ਹੈ। ਇਹ ਸੁਣਦੇ ਉਸ ਵਿੱਚ ਹਲਚਲ ਮਚ ਗਈ। ਰਾਤ ਕਾਫੀ ਹੋ ਗਈ ਸੀ ਪਰ ਬਾਬਾ ਜੀ ਉਸੇ ਤਰ੍ਹਾਂ ਟਿਕੇ ਰਹੇ। ਸੱਜਣ ਆਬੂ ਆ ਕੇ ਆਖਣ ਲੱਗਾ, ਬਾਬਾ ਸੌਂ ਵੀ। ਗੁਰੂ ਜੀ ਨੇ ਫਿਰ ਮੋੜਵਾਂ ਉੱਤਰ ਦਿੱਤਾ, ਸੱਜਣੇ ਇੱਕ ਸ਼ਬਦ ਖੁਦਾਈ ਦੀ ਬੰਦਗੀ ਦਾ ਆਖ ਕਰ ਸੋਵਾਂਗੇ। ਬਾਬੇ ਨੇ ਸ਼ਬਦ ਗਾਇਆ, ਉੱਜਲ ਕਹਿਆ ਚਿਲਕਣਾ, ਘੋਟਮ ਕਾਲੜੀ ਮਾਸ, ਧੋਤਿਆਂ ਜੂਠ ਨਾ ਉਤਰੇ, ਜੇ ਸੌਂ ਧੋਵਾਂ ਤਿਸ। ਅਤੇ ਜਦ ਇਸ ਤੁਕ ਬੱਗਾ ਬੱਗੇ ਕੱਪੜੇ, ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ, ਬਗੇ ਨਾ ਕਹਿ ਅੰਨ ਨੂੰ ਗਾਇਆ ਤਾਂ ਸੱਜਣ ਨੇ ਆ ਕੇ ਚਰਨ ਪਕੜੇ ਅਤੇ ਕਿਹਾ, ਇਸ ਬੋਲ ਦੇ ਸਾਥ ਅਰ ਤੇਰੇ ਦਰਸ਼ਨ ਸਾਥ ਮੇਰਾ ਮਨ ਫਿਰਿਆ ਹੈ। ਪਾਪ ਦ੍ਰਿਸ਼ਟ ਮਿਟ ਗਈ ਹੈ, ਧਰਮ ਦ੍ਰਿਸ਼ਟ ਭਈ ਹੈ, ਮੈਨੂੰ ਸਮਝਾਓ। ਗੁਰੂ ਜੀ ਨੇ ਕਿਹਾ, ਭਲੇ ਲੋਕਾ ਤੇਰਾ ਨਾਮ ਸੱਜਣ ਹੈ ਤਾਂ ਤੂੰ ਦੁਸ਼ਮਣਾਂ ਦੇ ਕਰਮ ਕਿਉਂ ਕਰਦਾ ਹੈ? ਇਹ ਮਤ ਜਾਣ ਕਿ ਕੋਈ ਦੇਖਦਾ ਨਹੀਂ, ਉਹ ਪਰਵਰਦਿਗਾਰ ਸਭ ਕੁਝ ਦੇਖਦਾ ਬੁੱਝਦਾ ਹੈ। ਉਸ ਨੇ ਹੁਕਮ ਮੰਨਣ ਕੇ ਜੀਵਨ ਸੁਚੱਜਾ ਕਰਨ ਦਾ ਪ੍ਰਣ ਕੀਤਾ, ਮਹੱਲ ਢਾਹ ਦਿੱਤਾ ਅਤੇ ਸਾਰਾ ਧਨ ਲੋੜਵੰਦਾਂ ਨੂੰ ਵੰਡ ਦਿੱਤਾ। ਜਨਮ ਸਾਖੀ ਦੇ ਸ਼ਬਦਾਂ ਵਿੱਚ, ਜਿੱਥੇ ਖੂਨ ਹੁੰਦੇ ਉੱਥੇ ਧਰਮਸ਼ਾਲਾ ਬੱਧਾ ਆਣ, ਜਿੱਥੇ ਬੂਬੂ ਪਹਿਰਿਆ ਹੁੰਦਾ ਸੀ ਉੱਥੇ ਬੈਠ ਕਰ ਕੀਰਤਨ ਪਰਮੇਸ਼ਰ ਕਾ ਲਗਾ ਕਰਨ। ਜੀ ਨੂੰ ਮਾਰਦੇ ਸੀ ਜੇ ਕੋਈ ਆਏ
ਲਹਿਸੂ ਸੁਖਾਲਾ ਰੱਖੀਐ। ਅਬੜੂ ਵੰਝ ਉੱਠ ਕੇ ਪਰਉਪਕਾਰ ਨੂੰ ਜਾਂਦਾ। ਬਸ ਗੁਰੂ ਬਾਬੇ ਦੇ ਦਰਸ਼ਨ ਲੱਗਿਆਂ ਨਾਮਦਾਨ ਇਸ਼ਨਾਨ ਕਮਾਵਣ ਲੱਗਾ ਅਤੇ ਉਸ ਪਿੱਛੇ ਕਈ ਹੋਰ ਤਰੇ। ਇਹ ਹੈ ਗੁਰੂ ਨਾਮ ਦੀ ਅਜ਼ਮਤ। ਜਿੱਥੇ ਖੂਨ ਹੁੰਦੇ ਸਨ ਉੱਥੇ ਹੀ ਲੋਕਾਂ ਨੂੰ ਜੀਵਨ ਦਾਨ ਮਿਲਿਆ। ਉੱਚ ਸ਼ਰੀਫ ਤੁਲੰਬੇ ਤੋਂ ਗੁਰੂ ਜੀ ਨਿਗਾਹੇ ਉੱਚ ਦੇ ਸਥਾਨ ਤੇ ਪੁੱਜੇ। ਉੱਚ ਲਾਹੌਰ ਅਤੇ ਕਰਾਚੀ ਨੂੰ ਪੰਜ ਨਦ ਦੇ ਅਸਥਾਨ ਤੇ ਮਿਲਾਉਂਦਾ ਹੈ। ਉੱਥੇ ਆਪ ਜੀ ਨੂੰ ਪੀਰ ਬਹਾਉਦੀਨ ਮੁਲਤਾਨ ਦੇ ਮਸਤ ਕਲੰਦਰ ਅਤੇ ਮਖਦੂਮ ਉੱਚ ਵਾਲੇ ਮਿਲੇ। ਉੱਚ ਵਾਲੇ ਪੰਜ ਯਾਦਗਾਰਾਂ ਗੁਰੂ ਮਹਾਰਾਜ ਦੀਆਂ ਪਈਆਂ ਹਨ ਅਤੇ ਕੋਈ ਵੀ ਦਰਸ਼ਨ ਕਰਨਾ ਚਾਹੇ ਮਖਦੂਮ ਸਾਹਿਬ ਦੇ ਕਾਰਦਾਨ ਕਰਵਾ ਦਿੰਦੇ ਹਨ। ਨੰਬਰ 1 ਇੱਕ ਜੋੜਾ ਮਹਾਰਾਜ ਦੀਆਂ ਖੜਾਵਾਂ। ਨੰਬਰ 2 ਇੱਕ ਬਗੈਰਨ ਜਿਸ ਤੇ ਹੱਥ ਰੱਖ ਕੇ ਆਰਾਮ ਕਰੀਦਾ ਹੈ। ਨੰਬਰ 3 ਪੱਥਰ ਦਾ ਇੱਕ ਗੁਰਜ। ਨੰਬਰ 4 2 ਪੱਥਰ ਦੇ ਕੜੇ। ਨੰਬਰ 5 ਇੱਕ ਕਿਸ਼ਤੀ ਜੋ 1.5 ਫੁੱਟ ਲੰਮੀ ਅਤੇ 1 ਫੁੱਟ ਚੌੜੀ ਹੈ। ਇਹ ਮਨੌਤ ਹੈ ਕਿ ਇਸ ਕਿਸ਼ਤੀ ਦੇ 4 ਕਿਨਾਰਿਆਂ ਤੇ ਬੈਠ ਕੇ ਗੁਰੂ ਨਾਨਕ ਪੀਰ ਬਹਾਉਦੀਨ ਮਸਤ ਕਲੰਦਰ ਅਤੇ ਮਖਦੂਮ ਨੇ ਪੰਜ ਨਦ ਪਾਰ ਕੀਤਾ ਸੀ। ਮਖਦੂਮ ਦਾ ਪੂਰਾ ਨਾਂ ਰੁਕਨਦੀਨ ਅਬੁਲ ਫਤਿਹ ਸੀ ਅਤੇ ਉਹ ਮੱਕੇ ਦੇ ਸਯਾਦ ਅਲੀ ਨਕੀ ਦੀ ਸੰਤਾਨ ਵਿੱਚੋਂ ਸੀ। ਉਸ ਨੂੰ ਗੁਰਮੁਖ ਅਤੇ ਮਨਮੁਖ ਦਾ ਭੇਤ ਸਮਝਾਇਆ। ਪੀਰ ਬਹਾਉਦੀਨ ਨੂੰ ਨਿਮਰਤਾ ਧਾਰਨ ਲਈ ਕਿਹਾ ਅਤੇ ਫਰਮਾਇਆ, ਦੁਨੀਆ ਕੋਈ ਡੇਰਾ ਲਗਾ ਕੇ ਬੈਠਣ ਦੀ ਥਾਂ ਨਹੀਂ ਹੈ। ਇਹ ਤਾਂ ਸਿਦਕ ਕਮਾਉਣ ਦੀ ਥਾਂ ਹੈ ਅਤੇ ਪ੍ਰਮਾਤਮਾ ਦਾ ਨਾਂ ਪੱਲੇ ਬੰਨ੍ਹਣ ਲਈ ਇੱਕ ਸਾਧਨ ਹੈ। ਉੱਥੋਂ ਜਾਮਪੁਰ, ਹਣਦ, ਫਾਜ਼ਲਪੁਰ, ਮੀਰਪੁਰ, ਨੁਸ਼ਹਿਰੇ, ਮਿਠਕੋਟ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਸਥਾਨ ਬਣਿਆ ਹੋਇਆ ਹੈ, ਪਾਰ ਕਰਕੇ ਸੱਖਰ, ਭੱਖਰ ਰੋੜੀ ਅਤੇ ਸਾਧ ਵੇਲੇ ਬੋਹੜ ਹੇਠ ਜਾ ਟਿਕਾਣਾ ਕੀਤਾ। ਸਾਧਾਂ ਨੂੰ ਜ਼ਿੰਦਗੀ ਜੀਵਨ ਦਾ ਰਾਹ ਦਰਸਾ ਕੇ ਸ਼ਿਕਾਰਪੁਰ, ਰੁਕਣ, ਲੜਕਾਣਾ, ਹਲਾਣੀ, ਬੁਲਾਣੀ ਪੁੱਜੇ। ਉੱਥੋਂ ਵੀ ਗੁਰੂ ਜੀ ਦਾ ਮਕਾਨ ਕਰਕੇ ਥਾਂ ਹੈ, ਨਾਲ ਜੰਗੀਰ ਵੀ ਲੱਗੀ ਹੋਈ ਹੈ। ਨੂਰ ਨੁਸਰਤ ਇੱਥੇ ਹੀ ਨੂਰ ਨੁਸਰਤ ਨਾਂ ਦੇ ਆਜੜੀ ਨੇ ਹੱਥੀਂ ਸੇਵਾ ਕੀਤੀ ਅਤੇ ਬਰਕਤ ਪਾਉਣ ਲਈ ਬੇਨਤੀ ਕੀਤੀ। ਆਪ ਜੀ ਨੇ ਉਪਦੇਸ਼ ਦਿੰਦੇ ਹੋਏ ਕਿਹਾ, ਸਭ ਬਰਕਤਾਂ ਨੇਕੀ, ਦਇਆ ਅਤੇ ਧਰਮ ਦਾ ਪੱਲਾ ਨਾ ਛੱਡਣ ਵਿੱਚ ਹਨ। ਇਹਨਾਂ ਦਾ ਲੜ ਨਾ ਛੱਡੀ। ਹਰਾ ਭਰਾ ਘਾਹ ਮੇਰਾ ਗਲੀਚਾ। ਉੱਥੇ ਹੀ ਇੱਕ ਦਾਊਦ ਨਾਂ ਦੇ ਜੁਲਾਹੇ ਨੇ ਆਪਣੇ ਹੱਥੀਂ ਬਣਾਇਆ ਇੱਕ ਗਲੀਚਾ ਭੇਟ ਕੀਤਾ ਅਤੇ ਵਿਛਾ ਕੇ ਬੇਨਤੀ ਕੀਤੀ ਕਿ ਆਪ ਜੀ ਉਸ ਤੇ ਆਸਣ ਲਗਾਓ। ਆਪ ਜੀ ਹਰੇ ਭਰੇ ਘਾਹ ਤੇ ਬੈਠ ਕੀਰਤਨ ਕਰਦੇ ਰਹੇ ਅਤੇ ਫਰਮਾਇਆ ਕਿ ਹਰਾ ਭਰਾ ਘਾਹ ਹੀ ਮੇਰਾ ਗਲੀਚਾ ਹੈ। ਦਾਊਦ ਨੇ ਹੱਥ ਜੋੜ ਕਿਹਾ ਕਿ ਇਹ ਗਲੀਚਾ ਤਾਂ ਮੈਂ ਆਪ ਜੀ ਲਈ ਬਣਾਇਆ ਸੀ, ਹੁਣ ਕਿਸ ਨੂੰ ਭੇਂਟ ਕਰਾਂ। ਮਹਾਰਾਜ ਨੇ ਉਹ ਕੀਮਤੀ ਗਲੀਚਾ ਲੈ ਕੇ ਕੁੱਤੀ ਦੇ ਕਤੂਰਿਆਂ ਹੇਠ ਵਿਛਾ ਦਿੱਤਾ ਅਤੇ ਰਹਿੰਦਾ ਉੱਤੇ ਪਾ ਦਿੱਤਾ। ਕਤੂਰੇ ਸਾਰੀ ਰਾਤ ਸਰਦੀ ਵਿੱਚ ਠਰੂ ਠਰੂ ਕਰਦੇ ਰਹੇ। ਦਾਊਦ ਤੱਕਦਾ ਹੀ ਰਹਿ ਗਿਆ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾ ਦਿੱਤਾ ਕਿ ਸਾਡੀਆਂ ਸਭ ਖੁਸ਼ੀਆਂ ਅਤੇ ਆਰਾਮ ਵਿਅਰਥ ਹਨ ਜੇ ਕੋਲ ਬੈਠਾ ਕੋਈ ਜੀਵ ਦੁਖੀ, ਤੰਗ ਅਤੇ ਰੋਗੀ ਹੈ। ਫਿਰ ਗਣੀਪੁਰ, ਗੁਮਟ, ਮੁਰਾਗ, ਝੇਰਾ, ਅਮਰਕੋਟ, ਟਾਂਡਾ, ਅੱਲਾ ਯਾਰ ਖਾਂ, ਮਦਾਰੀ, ਹੈਦਰਾਬਾਦ, ਫਲੇਰੀ ਪੁੱਜੇ। ਉੱਥੇ ਵੀ ਇੱਕ ਗੁਰਦੁਆਰਾ ਹੈ। ਲੋਕਾਂ ਨੂੰ ਕਬਰਾਂ, ਮਕਬਰੇ, ਪੀਰਾਂ, ਸਰਵਰਾਂ, ਬਾਲਾਂ ਸੁੰਦਰੀਆਂ ਦੀ ਪੂਜਾ ਤੋਂ ਵਰਜਦੇ ਹੋਏ ਰਾਜਘਾਟ, ਢੱਠਾ ਪੁੱਜੇ। ਉੱਥੋਂ ਹਿੰਗਲਾਜ ਤੋਂ ਜਹਾਜ਼ ਵਿੱਚ ਸਵਾਰ ਹੋ ਕੇ ਅਦਨ ਗਏ। ਅਦਨ ਗੁਰੂ ਜੀ ਦਾ ਦਵਾਰਾ ਬਣਿਆ ਹੋਇਆ ਹੈ। ਉਸ ਨੂੰ ਵਲੀ ਹਿੰਦ ਦਾ ਦਾਇਰਾ ਅਤੇ ਕਈ ਨਾਨਕ ਕਲੰਦਰ ਦਾ ਮੁਕਾਮ ਵੀ ਕਹਿੰਦੇ ਹਨ। ਤਵਾਰੀਖ ਗੁਰੂ ਖਾਲਸਾ ਅਨੁਸਾਰ
ਗੁਰੂ ਜੀ ਉੱਥੋਂ ਜਦੇ ਪੁੱਜੇ, ਜੋ ਅਰਬ ਦੀ ਪੱਛਮੀ ਬੰਦਰਗਾਹ ਹੈ। ਇੱਥੇ ਬੀਬੀ ਹਵਾ ਦੀ ਕਬਰ ਦੇ ਲਾਗੇ ਡੇਰਾ ਕੀਤਾ। ਹਾਜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਸੋਭਾ ਫੈਲ ਰਹੀ ਸੀ। ਸ਼ਾਹ ਸ਼ਰਫ ਹਾਜੀਆਂ ਵਿੱਚ ਇੱਕ ਸ਼ਾਹ ਸ਼ਰਫ ਨਾਂ ਦਾ ਫਕੀਰ ਸੀ। ਉਸਨੇ ਜੀਵਨ ਤੱਤ ਅਤੇ ਮੰਤਵ ਸਮਝਾਉਣ ਲਈ ਕਈ ਸਵਾਲ ਕੀਤੇ। ਮਹਾਰਾਜ ਨੇ ਹਰ ਕੀਤੇ ਸਵਾਲ ਦਾ ਉੱਤਰ ਸੰਕੁਚਵਾਂ ਅਤੇ ਢੁਕਵਾਂ ਦੇ ਕੇ ਉਸ ਦੀ ਤਸੱਲੀ ਕਰਾਈ। ਸਵਾਲਾਂ ਜਵਾਬਾਂ ਦਾ ਵੇਰਵਾ। ਸ਼ਾਹ ਸ਼ਰਫ ਦਾ ਪਹਿਲਾ ਸਵਾਲ ਸੀ ਕਿ ਆਦਿ ਫਕੀਰੀ ਕੀ ਹੈ ਅਤੇ ਅੰਤ ਫਕੀਰੀ ਕੀ ਹੈ। ਮਹਾਰਾਜ ਦਾ ਉੱਤਰ ਸੀ, ਫਕੀਰ ਦਾ ਆਰੰਭ ਆਪਣੇ ਆਪ ਨੂੰ ਮਿਟਾਉਣ ਵਿੱਚ ਹੈ, ਫਨਾ ਅਸਤ ਅਤੇ ਅੰਤ ਇਹ ਜਾਣ ਲੈਣਾ ਹੈ ਕਿ ਕੇਵਲ ਉਸ ਦਾ ਨਾ ਰਹਿਣਾ ਹੈ, ਬਕਾ ਅਸਤ। ਉਸ ਦਾ ਅਗਲਾ ਪ੍ਰਸ਼ਨ ਸੀ, ਇਹ ਰਾਹ ਦੀ ਕੁੰਜੀ ਕੀ ਹੈ। ਮਹਾਰਾਜ ਦਾ ਕਹਿਣਾ ਸੀ, ਅਭਿਆਸ। ਬਗੈਰ ਅਭਿਆਸ ਤੋਂ ਉਸ ਦਾ ਦਰ ਖੁੱਲ੍ਹਦਾ ਨਹੀਂ। ਸਵਾਲ, ਜੰਜੀਰ ਕੀ ਹੈ। ਮਨੁੱਖ ਕਿਸ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਰੱਖੇ ਕਿ ਵਿਸ਼ਿਆਂ ਵੱਲ ਨਾ ਧਵੇ। ਉੱਤਰ, ਬੰਦਗੀ। ਬੰਦਗੀ ਹੀ ਮਨੁੱਖ ਨੂੰ ਕਾਮਾਦਾਇਕ ਤੋਂ ਬਚਾਏਗੀ। ਸਵਾਲ, ਮਕਬਰਾ ਕੀ ਹੈ। ਮਨੁੱਖ ਆਪਣਾ ਟਿਕਾਣਾ ਕਿੱਥੇ ਬਣਾਏ, ਕਿੱਥੇ ਟਿਕੇ ਕਿ ਘਬਰਾਹਟ ਨਾ ਸਤਾਏ। ਉੱਤਰ ਵਜੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਹਲੀਮੀ। ਜਿਸ ਨੇ ਹਲੀਮੀ ਨੂੰ ਧਾਰ ਲਿਆ ਉਹ ਟਿਕ ਗਿਆ, ਉਸ ਦੀ ਭੱਜ ਦੌੜ ਮੁੱਕ ਗਈ। ਸਵਾਲ, ਗੰਜ ਕੀ ਹੈ। ਖਜ਼ਾਨਾ ਕਿੱਥੇ ਹੈ, ਜਿੱਥੇ ਇਹ ਵਸਤਾਂ ਪਈਆਂ ਹਨ। ਉੱਤਰ, ਸਤਸੰਗ। ਸਾਰੇ ਭੰਡਾਰ ਸਤਸੰਗ ਵਿੱਚ ਹਨ। ਸਤਸੰਗ ਤੋਂ ਹੀ ਸੁੱਖ ਅਤੇ ਸਹਿਜ ਪ੍ਰਾਪਤ ਹੁੰਦਾ ਹੈ। ਸਵਾਲ, ਚਾਨਣ ਕਿਆ ਹੈ। ਅਸਲ ਰੌਸ਼ਨੀ ਕਿਹੜੀ ਹੈ ਜੋ ਅੰਧ ਗੁਬਾਰ ਵਿੱਚ ਸਹਾਇਕ ਹੁੰਦੀ ਹੈ। ਜਵਾਬ, ਗਿਆਨ। ਗਿਆਨ ਵਿੱਚ ਹੀ ਉਹ ਰੌਸ਼ਨੀ ਹੈ ਜੋ ਹਰ ਥਾਵੇਂ ਸਹਾਇਤਾ ਕਰਦੀ ਹੈ। ਸਵਾਲ, ਪਸਾਰਾ ਕਿਸ ਵਸਤੂ ਦਾ ਕਰਨਾ ਚਾਹੀਦਾ ਹੈ। ਫੈਲਾਓ ਕਿਆ ਹੈ। ਉੱਤਰ, ਅਕਲ ਦਾ। ਅਕਲ ਤੋਂ ਬਗੈਰ ਕਿਸੇ ਹੋਰ ਵਸਤੂ ਨੂੰ ਵਧਾਉਣਾ ਠੀਕ ਨਹੀਂ। ਸਵਾਲ, ਖੁਸ਼ੀ ਕੀ ਹੈ। ਖੁਸ਼ੀ ਕਿਸ ਕਿਸ ਵਿੱਚੋਂ ਮਿਲਦੀ ਹੈ। ਉੱਤਰ, ਖੁਸ਼ੀ ਕੇਵਲ ਦੀਦਾਰ ਵਿੱਚ ਹੈ। ਉਸ ਦੇ ਮਿਲਿਆਂ ਹੀ ਖੁਸ਼ੀ ਦੀ ਝਰਨਾਹਟ ਛਿੜ ਜਾਂਦੀ ਹੈ। ਸਵਾਲ, ਕਿਹੜਾ ਭੋਜਨ ਕਰਨਾ ਸੋਭਦਾ ਹੈ। ਉੱਤਰ, ਸਬੂਰੀ। ਸਬਰ ਹੀ ਦੇਵਤਿਆਂ ਦਾ ਆਹਾਰ ਹੈ। ਸੰਤੋਖ ਤੋਂ ਬਗੈਰ ਕੋਈ ਰੱਜਿਆ ਨਹੀਂ। ਸਵਾਲ, ਜਾਮਾ ਕਿਆ ਹੈ। ਕੱਪੜੇ ਕਿਹੜੇ ਪਹਿਨੇ ਜਾਣ। ਉੱਤਰ, ਸੱਚਾਈ ਦੇ। ਜਿਸ ਨੇ ਸੱਚਾਈ ਵਾਲਾ ਜਾਮਾ ਪਹਿਨ ਲਿਆ ਉਹ ਕਦੇ ਨੰਗਾ ਨਹੀਂ ਹੁੰਦਾ। ਸਵਾਲ, ਧੂੰਆਂ ਕਿਹੜਾ ਫੱਕਣਾ ਚਾਹੀਦਾ ਹੈ। ਉੱਤਰ, ਦ੍ਰਿੜ ਬੁੱਧੀ ਅਤੇ ਦ੍ਰਿੜ ਆਸਣ ਰੱਖਣਾ ਹੀ ਠੀਕ ਧੂੰਆਂ ਹੈ। ਸਵਾਲ, ਜਿਸ ਘਰ ਵਿੱਚ ਤੁਸੀਂ ਜਾਣ ਲਈ ਕਹਿੰਦੇ ਹੋ ਉਹ ਘਰ ਕਿਹੜਾ ਹੈ। ਉੱਤਰ, ਬੇਫਿਕਰੀ ਹੀ ਘਰ ਹੈ ਅਤੇ ਘਰ ਵਿੱਚ ਹੀ ਬੇਫਿਕਰੀ ਹੈ। ਘਰ ਬਣਦਾ ਹੈ ਸਿਫਤ ਸਲਾਹ ਨਾਲ। ਜੇ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰ। ਸਵਾਲ, ਸੰਸਾਰ ਪਾਰ ਕਰਨ ਲਈ ਕਿਸ਼ਤੀ ਕਿਹੜੀ ਹੈ। ਬੇੜਾ ਦੱਸੋ। ਉੱਤਰ, ਜਪ ਤਪ ਕਾ ਬੰਧ ਬੇਡੂਲਾ। ਗੁਣ ਇਕੱਤਰ ਕਰਨੇ ਹੀ ਪਾਰ ਹੋਣ ਲਈ ਬੇੜੀ ਹੈ। ਸਵਾਲ, ਲੰਗੋਟ ਕਿਹੜਾ ਪਹਿਨਣਾ ਚਾਹੀਦਾ ਹੈ ਕਿ ਕਾਮ ਨਾ ਸਤਾਏ। ਉੱਤਰ, ਜਤ ਦਾ। ਜਤ ਨੂੰ ਧਾਰਨ ਕਰਨਾ ਹੀ ਲੰਗੋਟ ਬੰਨ੍ਹਣਾ ਹੈ। ਸਵਾਲ, ਮੁਕਤੀ ਦੀ ਸ਼ਕਲ ਦੱਸੋ। ਮੁਕਤੀ ਕਿਆ ਹੈ। ਉੱਤਰ, ਮੁਕਤੀ ਸਿਰੜ ਦਾ ਦੂਜਾ ਨਾਮ ਹੈ। ਸੀਸ ਦੇ ਦੇਵੇ ਪਰ ਸਿਰੜ ਨਾ ਦੇਵੇ। ਜੋ ਐਸਾ ਜਾਣ ਲਵੇ ਤਾਂ ਉਹ ਮੁਕਤ ਹੈ। ਸਵਾਲ, ਜਿੰਦ ਕੀ ਹੈ। ਮਹਾਰਾਜ ਨੇ ਕਿਹਾ, ਹੱਕ। ਜਦ ਉਹਨਾਂ ਨੇ ਪੁੱਛਿਆ ਕਿ ਵਜੂਦ ਕਿਆ ਹੈ ਤਾਂ ਆਪ ਜੀ ਨੇ ਕਿਹਾ, ਸੁਲਹ ਕੁਲ ਹੋਣਾ। ਜੋ ਵੀ ਕੱਟੜਪੰਥੀ ਹੈ ਉਹ ਆਪਣਾ ਵਜੂਦ ਗਵਾ ਬੈਠਦਾ ਹੈ। ਸਵਾਲ, ਬਾਜੂ ਕਿਹੜੇ ਹਨ। ਮਹਾਰਾਜ ਨੇ ਫਰਮਾਇਆ, ਬਾਜੂ ਹਨ ਮਿੱਤਰ ਅਤੇ ਮਿੱਤਰ ਵੀ ਉਹ ਜਿਨ੍ਹਾਂ ਨੂੰ ਮਿਲਣ ਨਾਲ ਦੁਰਮਤ ਨੱਸੇ। ਧਰਮ ਸੇਤੀ ਸੰਬੰਧ ਰੱਖਣ ਨਾਲ ਬਾਹਾਂ ਬਣਦੀਆਂ ਹਨ। ਉਸਨੇ ਜਦ ਭੇਖ, ਬਸਤਰ ਅਤੇ ਫਕੀਰਾਂ ਦੀਆਂ ਕਿਰਿਆਵਾਂ ਦੀ ਗੱਲ ਕੀਤੀ ਤਾਂ ਮਹਾਰਾਜ ਨੇ ਫਰਮਾਇਆ ਕਿ ਕਫਨੀ ਇਸ ਲਈ ਪਹਿਨਣੀ ਹੈ ਕਿ ਦੁਨੀਆ ਦੀ ਹਿਰਸ ਮੁੱਕ ਜਾਏ ਅਤੇ ਮੌਤ ਸਦਾ ਸਾਹਮਣੇ ਰੱਖੋ। ਹਾਜੀਆਂ ਵਿੱਚੋਂ ਇੱਕ ਨੇ ਕਿਹਾ ਕਿ ਚੱਲੇ ਤੁਸੀਂ ਹੱਜ ਹੋ, ਪਰ ਆਪ ਜੀ ਹਿੰਦੂ ਘਰ ਪੈਦਾ ਹੋਏ ਹੋ, ਇਸ ਲਈ ਆਪ ਜੀ ਦੀ ਹੱਜ ਕਬੂਲ ਨਹੀਂ ਹੋਣੀ। ਮਹਾਰਾਜ ਨੇ ਕਿਹਾ, ਸੱਚੀ ਹੱਜ ਤੁਸੀਂ ਜਾਣੀ ਨਹੀਂ। ਖੁਦਾ ਦੇ ਘਰ ਜਾਂਦਿਆਂ ਮਿਹਰ, ਮੁਹੱਬਤ, ਖਿਦਮਤ, ਖੈਰਾਤ ਨੂੰ ਹੀ
करना लोड़ींदा है। हुज्जत नफरत अते कीना खुदा दे घर तो दूर लै जांदे हन। पुरातन जन्म साखी वाले लिखिया है कि एक होर हाजी ने यह सोचा कि यह मुसलमान नहीं, पर फिर भी इस दे सिर ते टुरदे बदली दी छां नहीं हटदी। महाराज दे सिर ते ਬੱਦਲ ਨੇ ਛਾਂ ਕੀਤੀ ਹੋਈ ਸੀ ਅਤੇ ਉਹਨਾਂ ਨੂੰ ਧੁੱਪ ਨਹੀਂ ਸੀ ਪਹੁੰਚਦੀ। ਉਸਨੇ ਐਸਾ ਸੋਚ ਕੇ ਕਹਿ ਵੀ ਦਿੱਤਾ, ਜੇ ਤੂੰ ਚੱਲਣਾ ਹੀ ਹੈ ਤਾਂ ਅੱਗੇ ਹੋ ਜਾ ਜਾਂ ਪਿੱਛੇ, ਮੇਰੇ ਨਾਲ ਨਾ ਟੁਰ। ਮਹਾਰਾਜ ਨੇ ਉਸ ਨੂੰ ਅੱਗੇ ਹੋ ਜਾਣ ਲਈ ਕਿਹਾ ਅਤੇ ਆਪ ਜੀ ਰੁਕ ਗਏ। ਉਹ ਕੁਝ ਦੂਰ ਅੱਗੇ ਗਿਆ ਤਾਂ ਬਦਲੀ ਓਲੇ ਹੋ ਗਈ ਤਾਂ ਉਹ ਧੁੱਪ ਹੇਠ ਭੁੱਜਣ ਲੱਗਾ। ਜਨਮ ਸਾਖੀ ਦੇ ਸ਼ਬਦਾਂ ਵਿੱਚ, ਤਬ ਹਾਜੀ ਲੱਗਾ ਹੱਥ ਫਾਟਣ ਤਾਂ ਆਖਿਓਸ, ਜੋ ਖੁਦਾਏ ਕਾ ਦੀਦਾਰ ਹੋਇਆ ਆਹਾ ਪਰ ਝੱਲ ਨਾ ਸਕਿਓ, ਛਲ ਕੀਆ। ਠੰਡ ਅਤੇ ਛਾਂ ਗੁਰੂ ਪਾਸ ਹੀ ਹੈ। ਮੱਕੇ ਦੇ ਰਾਹ ਹੀ ਆਪ ਜੀ ਨੇ ਕੁਝ ਹੋਰ 7 ਬਚਨ ਕਹੇ, ਜਿਨ੍ਹਾਂ ਨੂੰ ਜਨਮ ਸਾਖੀ ਵਾਲਿਆਂ ਹਾਜ਼ਰਨਾਮਾ ਦੇ ਨਾਂ ਹੇਠ ਇਕੱਠੇ ਕੀਤਾ ਹੈ। ਉਹਨਾਂ ਦਾ ਤਾਤਪਰਜ ਕੁਝ ਇਸ ਤਰ੍ਹਾਂ ਹੈ। ਹਾਜ਼ਰ ਕੋ ਹੀ ਮਿਹਰ ਹੈ, ਬੇਹਾਜ਼ਰ ਬੇਮਿਹਰ ਹੈ। ਮਹਾਰਾਜ ਦਾ ਕਹਿਣਾ ਸੀ, ਹਾਜ਼ਰ ਅਤੇ ਹਜ਼ੂਰ ਹੋਇਆਂ ਬਗੈਰ ਉਸ ਦੀ ਬਖਸ਼ਿਸ਼ ਨਹੀਂ ਮਿਲਦੀ। ਪਿੱਛੋਂ ਗੁਰੂ ਗੋਬਿੰਦ ਸਿੰਘ ਨੇ ਹਾਜ਼ਰ, ਗੈਰ ਹਾਜ਼ਰ ਅਤੇ ਗੈਰ ਹਾਜ਼ਰ ਹਾਜ਼ਰ ਦੀ ਗੱਲ ਕਹੀ ਸੀ। ਦੋਸਤ ਕੇਵਲ ਈਮਾਨ ਹੈ, ਬੇਈਮਾਨ ਹੀ ਕਾਫਰ ਹੈ। ਗੁਮਾਨ ਲਾਨਤ ਹੈ, ਪਰ ਗੈਬਤ ਦਾ ਮੂੰਹ ਕਾਲਾ ਹੈ। ਸੁਰਖਰੂ ਦਿਆਨਤਦਾਰ ਹੈ, ਅਕ੍ਰਿਤ ਘਣ ਮੂੰਹ ਜਮਾਂਦਰੂ। ਦਰੋਗ ਹੀ ਜੋਖਮ ਹੈ, ਸੱਚ ਵਹਿਸ਼ਤ ਹੈ। ਹਿਰਸੀ ਹੀ ਸਦਾ ਹੈਰਾਨ ਹੈ, ਬੇਹਿਰਸੀ ਹੀ ਔਲੀਆ ਹੈ। ਇਲਮ ਹਲੇਮੀ ਹੈ, ਤਵੱਜਾ ਬੁਲੰਦੀ ਹੈ। ਫਕੀਰੀ ਸਬੂਰੀ ਹੈ, ਨਾ ਸਬੂਰੀ ਮਕਰੂ ਹੈ। ਜ਼ੋਰ ਜ਼ੁਲਮ ਹੈ, ਬੇਜੋਰ ਪਾਕ ਹੈ। ਦੁਆਏ ਦੌਲਤ ਹੈ, ਬਦ ਦੁਆਏ ਕਹਿਰ ਹੈ। ਇਨਸਾਫ ਸਾਫ ਹੈ, ਚੋਰੀ ਲਾਲਚ ਹੈ। ਕਰਾਮਾਤ ਕੁਦਰਤ ਹੈ, ਭਾਵ ਉਸ ਦੀ ਕੁਦਰਤ ਤੋਂ ਕੁਰਬਾਨ ਹੋਣਾ ਹੀ ਕਰਾਮਾਤ ਹੈ। ਰਾਹ ਪੀਰੀ ਹੈ, ਟੁਰਨਾ ਗੁਰੂ ਦੇ ਰਾਹ ਤੇ ਚਾਹੀਦਾ ਹੈ। ਬੇਰਾਹ ਬੇਪੀਰਾ ਹੈ। ਦਰਦਮੰਦ ਦਰਵੇਸ਼ ਹੈ, ਬੇਦਰਦ ਕਸਾਈ ਹੈ। ਰੋਜੀ ਬਖਸ਼ ਰਹੀਮ ਹੈ। ਦੇਗ ਤੇਗ ਮਰਦ ਹੈ, ਮਰਦ ਦਾ ਹੀ ਹੱਥ ਅਤੇ ਦਿਲ ਖੁੱਲ੍ਹਾ ਹੁੰਦਾ ਹੈ। ਦੇਗ ਵਰਤਾ ਕੇ ਤੇਗ ਚਲਾ ਸਕਦਾ ਹੈ। ਅਦਲ ਬਾਦਸ਼ਾਹ ਹੈ। ਇਸ ਤਰ੍ਹਾਂ ਪੈਂਡੇ ਮੁਕਾਉਂਦੇ ਆਪ ਜੀ ਕੁਆਬਾ ਪੁੱਜ ਗਏ। ਹੱਜ ਅਤੇ ਕਾਬਾ। ਇੱਥੇ ਇਹ ਠੀਕ ਰਹੇਗਾ ਜੇ ਹੱਜ ਅਤੇ ਕਾਬਾ ਬਾਰੇ ਕੁਝ ਜਾਣ ਲਿਆ ਜਾਏ। ਪਹਿਲਾਂ ਤਾਂ ਕਾਬਾ ਬਾਰੇ ਸੁਣੀ ਸੁਣਾਈ ਹੀ ਹੁੰਦੀ ਸੀ, ਪਰ ਪਿੱਛੇ ਜਿਹੇ ਖਾਨੇ ਖੁਦਾ ਨਾਂ ਦੀ ਤਸਵੀਰ ਹਿੰਦੁਸਤਾਨ ਆਈ, ਜਿਸ ਵਿੱਚ ਸਾਰਾ ਬਿਰਤਾਂਤ ਦਰਸਾਇਆ ਗਿਆ ਸੀ। ਕਾਬਾ ਸਾਊਦੀ ਅਰਬ ਦੇ ਮੱਕਾ ਸ਼ਹਿਰ ਵਿੱਚ ਇੱਕ ਧਰਮ ਮੰਦਰ ਹੈ। ਕਾਬਾ ਨਾਂ ਅਰਬ ਦੇ ਬੁੱਤ ਪ੍ਰਸਤਾਂ ਦਾ ਰੱਖਿਆ ਹੋਇਆ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਇਸ ਦਾ ਨਾਂ ਬੈਤੁੱਲਾ ਭਾਵ ਅੱਲਾ ਦਾ ਘਰ ਧਰਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਇਹ ਮਕਾਨ ਪਹਿਲਾਂ ਬਾਬਾ ਆਦਮ ਨੇ ਬਣਾਇਆ ਸੀ, ਫਿਰ ਤੂਫਾਨ ਆਉਣ ਕਾਰਨ ਡਿੱਗ ਪਿਆ ਅਤੇ ਇਬਰਾਹਿਮ ਨੇ ਬਣਾਇਆ, ਫਿਰ ਡਿੱਗਾ ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਉਸਾਰਿਆ। ਕਈ ਵਾਰੀ ਡਿੱਗਾ ਹੈ ਅਤੇ ਕਈ ਵਾਰੀ ਉਸਰਿਆ। ਆਰੰਭ ਵਿੱਚ ਇਸ ਅੰਦਰ ਕਿੰਨੇ ਹੀ ਬੁੱਤ ਸਨ, ਉਹਨਾਂ ਸਾਰਿਆਂ ਨੂੰ ਤੋੜ ਬਾਹਰ ਕੱਢ ਦਿੱਤਾ ਗਿਆ। ਨਵੇਂ ਸਿਰਿਓਂ ਇਸ ਦੀ ਉਸਾਰੀ ਰੂਮ ਦੇ ਉਸਮਾਨ ਸ਼ਾਹ ਨੇ ਸੰਨ 1000 ਵਿੱਚ ਕੀਤੀ। ਇਸ ਕਾਬਾ ਦੀ ਪੂਰਬ ਵੱਲ ਦੀ ਬਾਹੀ, ਜਿੱਧਰ ਦਰਵਾਜ਼ਾ ਹੈ, 33 ਗਜ ਲੰਮੀ ਹੈ। ਪੱਛਮ ਵਾਲੀ ਬਾਹੀ 31 ਗਜ ਹੈ। ਉੱਤਰ ਵਾਲੀ 22 ਗਜ ਅਤੇ ਦੱਖਣ ਦੀ 20 ਗਜ ਹੈ। ਉਚਾਈ 35 ਫੁੱਟ ਹੈ। ਇਸ ਦੀ ਚਿਨਾਈ ਭੂਰੇ ਰੰਗ ਦੇ ਪੱਥਰਾਂ ਦੇ ਚੂਨੇ ਨਾਲ ਹੋਈ। ਇਸ ਦੀ ਕੁਰਸੀ 2 ਫੁੱਟ ਉੱਚੀ ਹੈ। ਛੱਤ ਉੱਤੇ ਕੋਈ ਗੁੰਬਦ ਨਹੀਂ, ਉੱਤੋਂ ਸਪਾਟ ਚਪਟੀ ਹੈ। ਇਸ ਦਾ ਦਰਵਾਜ਼ਾ ਕੇਵਲ 1 ਜਾਂ 2 ਵਾਰੀ ਹੀ ਖੁੱਲ੍ਹਦਾ ਹੈ ਅਤੇ ਅੰਦਰ ਦੀ ਸਫਾਈ ਕੀਤੀ ਜਾਂਦੀ ਹੈ। ਦੱਖਣ ਪੂਰਬ ਵੱਲ ਦਾ ਜੋ ਕਾਬਾ ਦਾ ਕੋਨਾ ਹੈ, ਉਸ ਵਿੱਚ ਜ਼ਮੀਨ ਤੋਂ
5 फुट उच्चा संगे असवद भाव काला पत्थर जड़िया होया है। हाजी इस नूं चाहुंदे हन, कहिंदे हन कि इस ते पैर रख के मुहम्मद साहिब ने काबा दी उसारी कीती सी। दखण दे कोने विच एक होर पत्थर है जिसदा नाम रुकनल यमान है। इस नूं भी हाजी लोग सज्जे हत्थ नाल छूंहदे हन। दरवाजे कोल काबा दी दीवार नाल छूंहदा एक संगमरमर दे हाशिए वाला डूंगा स्थान है जिस ते हुण 3 आदमी खड़े हो सकते हैं। ये भी कहा जाता है कि इत्थे ही इब्राहिम ने इस्माइल समेत खुदा अगे प्रार्थना की सी। इत्थे ही काबे दे चारे पासे परिक्रमा लई खुली थां है अते सुंदर वलगण है। काबा दा अस्थान काले रेशमी लिहाफ नाल ढकिया रहिंदा है। साल दे साल इस नूं बदलिया जाता है। इस ते कुरान दीयां आयतां लिखियां होईयां हन। काबा दी यात्रा करन नूं ही हज कहिंदे हन। यह हिजरी साल दे आखिरी महीने जुल हिजर विच हुंदी है। जद मक्का एक पड़ा रह जाता है तो उत्थे फट्टी लगी हुंदी है कि इस अगे कोई गैर मुसलमान नहीं जा सकता। उत्थे हाजी इशनान करके एहराम बांधदा है। पहले पाए हुए कपड़े उतार के 2 चादरां रख लैंदा है। जुत्ती भी नहीं पाउंदे अते खड़ावा पाउंदे हन। भाई गुरदास जी ने जद धरी निशानी काउंस दी लिखी तां ओह ਇਹ ही दसी दी है कि गुरु जी ने इत्थे पुज के खड़ावा पा लईआं होणगीआं। उत्थे तलबियां गाया जाता है। उसका भाव हुंदा है कि मैं तेरी सेवा लई खड़ा हाँ, तेरी उस्तत है, तेरा शरीक कोई नहीं, केवल तेरी ही बादशाहत है। काबा पुज के फिर इशनान कीता जाता है। संग असवद नूं चाहुंदे हन। 7 परिक्रमा करदे हन, 3 तेजी नाल अते 3 हौले हौले। पर परिक्रमा पिछों संगे असवद नूं चाहुंदे हन। उत्थों इब्राहिम दे अस्थान ते आ जांदे हन। उत्थों प्रार्थना करके एक पहाड़ी सफा मरूह ते जाके प्रार्थना करते हैं। उत्थों मरवा चोटी चढ़ के प्रार्थना करते हैं। फिर काबा विच आके खुतबा सुनते हैं। फिर रात मिन्ना दे स्थान ते जाके कटते हैं। उत्थों पहाड़ अराफात ते जाते हैं अते फिर मुजदलिफा दे स्थान ते सांझ दी नमाज पढ़ते हैं। सारी क्रिया 9 दिनों में समाप्त करके 10वीं नूं नहर कुरबानी का दिन हुंदा है। उस दिन नमाज पढ़ के शैतान दे थंम नूं 7 कंकर मारते हैं अते फिर कुरबानी दिंदे हैं। कुरबान कीते जाण वाले पशु नूं काबे वल मूँह करके लटा दिंदे हैं अते पशु दे सज्जे पासे खड़े होके अल्लाहू अकबर कह के गल ते छुरी चलाउंदे हैं। इस पिछों हाजी एहराम दियां चादरां त्याग के मन मर्जी के कपड़े पहन सकते हैं। फिर परिक्रमा करके शैतान नूं 7 वट्टे मारते हैं अते जम जम खूही का पानी पींदे हैं। उत्थों लोकी मदीना भी जाते हैं। काबा विच गुरु नानक देव जी काबा पुजे। आप जी जान बुझ के ही काबा दियां परिक्रमा विच लेट गए अते चरण काबा वल कर लए। सवेरे सफाई दे दरोगे ने आके लत्त मारी अते भाई गुरदास जी के शब्दों में कहा कि केड़ा सुता कुफारी लत्तां वल खुदायद है, क्यों कर पिया होए बजगारी। टंगा पकड़ घसीटिया मक्का फिरिया कला दिखारी। सारे हाजी उस समय हैरान होए अते गुरु नानक साहिब अगे सिर निवाया। पुरातन जन्म साखी मुताबिक जिस पैर ते लत्त मारी उसे पैर चुम्यो सी। उसने कहा कि कदमा साथ काबा फिरदा देखिया। महिमा प्रकाश के शब्दों में बाबा जी भी सैन तह किया, आश्चर्य चरित तह तब थिया। 2 घड़ी रात रही भई सुबह, मियाँ जीवन आया तब है। झाड़ करे विचारो द्वारे, जहाँ दयाल सोए तहाँ आए। नहीं जागे वह रेहा जगाए, देओ कदम काबे टिग देखा। सोर किया कर कोप बखेसा, तब पकड़ चरण दखण दिस करा। लाग चरण मक्का संग फिरा,
देख चलत किया बहुत शोर, देखो यारो किस्मत का दौर। बहुत वारी ਇਹ ਪ੍ਰਸ਼ਨ ਉਠਾਇਆ ਜਾਂਦਾ ਹੈ ਕਿ ਮੱਕਾ ਫਿਰਿਆ ਹੈ ਜਾਂ ਨਹੀਂ। ਕੁਝ ਕਹਿੰਦੇ ਹਨ ਕਿ ਮੱਕਾ ਨਹੀਂ ਮਨ ਫੇਰ ਦਿੱਤੇ, ਪਰ ਹੋਰ ਤਾਂ ਕੋਈ ਆਖੇ ਜਾਂ ਨਾ ਮੁਸਲਮਾਨਾਂ ਨੂੰ ਇਹ ਕਹਿਣਾ ਨਹੀਂ ਫੱਬਦਾ ਕਿ ਮੱਕਾ ਨਹੀਂ ਫਿਰਿਆ। ਕਾਬਾ ਕਈ ਵਾਰੀ ਫਿਰਿਆ ਹੈ ਅਤੇ ਇਸ ਨੂੰ ਫਿਰਨ ਦੀ ਆਦਤ ਹੈ। ਹਜ਼ਰਤ ਇਬਨ ਅਰਬੀ ਆਪਣੀ ਪੁਸਤਕ ਫਤੂਹਾਤ ਮਕੀਆ ਵਿੱਚ ਲਿਖਦੇ ਹਨ ਕਿ ਕਾਬਾ ਦੀਆਂ ਪਰਿਕਰਮਾ ਕਰਦੇ ਕਾਬਾ ਬਾਰੇ ਕਈ ਬੁਰੇ ਖਿਆਲ ਸੋਚੇ ਤਾਂ ਉਹਨਾਂ ਦੇਖਿਆ ਕਿ ਕਾਬਾ ਆਪਣੀਆਂ ਨੀਹਾਂ ਸਮੇਤ ਆਪਣੀ ਥਾਂ ਤੋਂ ਉੱਠ ਆਕਾਸ਼ ਵੱਲ ਤੁਰ ਪਿਆ ਹੈ ਅਤੇ ਕਾਬਾ ਨੇ ਨਿਸ਼ਚਾ ਕਰ ਲਿਆ ਹੈ ਕਿ ਮੇਰੇ ਤੇ ਡਿੱਗ ਕੇ ਮੈਨੂੰ ਮਾਰ ਦੇਵੇ। ਕਾਬੇ ਨੇ ਮੈਨੂੰ ਇੱਥੋਂ ਤੱਕ ਕਿਹਾ, ਅੱਗੇ ਆ ਮੈਂ ਤੈਨੂੰ ਦੱਸਾਂ ਕਿ ਤੇਰੇ ਨਾਲ ਕੀ ਸਲੂਕ ਕਰਦਾ ਹਾਂ। ਜਦੋਂ ਕਾਬਾ ਦੀ ਉਸਤਤ ਕੀਤੀ ਤਾਂ ਉਹ ਮੁੜ ਆਪਣੀ ਅਸਲ ਥਾਂ ਚਲਾ ਗਿਆ। ਇਸ ਤਰ੍ਹਾਂ ਇਹ ਰਵਾਇਤ ਵੀ ਹੈ ਕਿ ਰਾਇਬਾ ਬਸਰੀ ਜੋ ਇੱਕ ਪਵਿੱਤਰ ਆਤਮਾ ਇਸਤਰੀ ਹੈ ਅਤੇ ਆਪਣੇ ਪਿਤਾ ਦੀ ਚੌਥੀ ਸੰਤਾਨ ਹੋਣ ਕਾਰਨ ਰਾਅਬ ਕਹੀ ਜਾਂਦੀ ਸੀ ਅਤੇ ਦੇਹਾਂਤ ਸੰਨ 801 ਵਿੱਚ ਹੋਇਆ ਸੀ। ਜਦੋਂ ਦੂਜੀ ਵਾਰੀ ਹੱਜ ਕਰਨ ਲਈ ਗਈ ਤਾਂ ਜੰਗਲ ਵਿੱਚ ਕਾਬੇ ਨੂੰ ਆਪਣੇ ਸਵਾਗਤ ਲਈ ਆਉਂਦਾ ਦੇਖ ਕੇ ਕਹਿਣ ਲੱਗੀ ਕਿ ਮੈਂ ਤਾਂ ਖੁਦਾ ਨੂੰ ਚਾਹੁੰਦੀ ਹਾਂ, ਖੁਦਾ ਦੇ ਘਰ ਨੂੰ ਕੀ ਕਰਨਾ ਹੈ। ਕਾਬੇ ਦੇ ਜਮਾਲ ਤੋਂ ਮੈਂ ਕਿਸ ਤਰ੍ਹਾਂ ਖੁਸ਼ ਹੋਵਾਂ। ਜਦ ਹਜ਼ਰਤ ਇਬਰਾਹਿਮ ਆਜ਼ਮ ਮੱਕੇ ਗਏ, ਖਾਨੇ ਖੁਦਾ ਨੂੰ ਆਪਣੀ ਥਾਂ ਦੇਖ ਕੇ ਹੈਰਾਨ ਹੋਏ ਅਤੇ ਅੱਖਾਂ ਮਲਣ ਲੱਗੇ ਕਿ ਇਹ ਕੀ ਹੋਇਆ, ਤਾਂ ਆਵਾਜ਼ ਆਈ ਕਿ ਤੇਰੀ ਨਜ਼ਰ ਵਿੱਚ ਫਰਕ ਨਹੀਂ ਪਿਆ। ਕਾਬਾ ਇੱਕ ਔਰਤ ਦੇ ਸਵਾਗਤ ਲਈ ਗਿਆ ਹੋਇਆ ਹੈ ਜੋ ਇੱਧਰ ਆ ਰਹੀ ਹੈ। ਇਸ ਤਰ੍ਹਾਂ ਸਵਾਨਹ ਉਮਰੀ ਰਸੂਲ ਮਕਬੂਲ ਵਿੱਚ ਮੁਹੰਮਦ ਸੁਲਾ ਸੂਫੀ ਨੇ ਲਿਖਿਆ ਹੈ ਕਿ ਜਦ ਹਜ਼ਰਤ ਮੁਹੰਮਦ ਸਾਹਿਬ ਪੈਦਾ ਹੋਏ, ਉਹਨਾਂ ਦੇ ਦਾਦਾ ਹਜ਼ਰਤ ਅਬੁਲ ਮਤਾਲੀਬ ਜੋ ਉਸ ਸਮੇਂ ਕਾਬਾ ਪਾਸ ਬੈਠੇ ਹੋਏ ਸਨ, ਇਹ ਦੇਖ ਕੇ ਹੈਰਾਨ ਹੋ ਗਏ ਕਿ ਕਾਬਾ ਦੀਆਂ 4 ਦੀਵਾਰਾਂ ਨੇ ਝੁੱਕ ਕੇ ਸਿਜਦਾ ਕੀਤਾ ਅਤੇ ਬੈਂਤ ਉੱਲਾ ਅੰਦਰੋਂ ਅੱਲਾਹੂ ਅਕਬਰ ਦੀਆਂ ਆਵਾਜ਼ਾਂ ਸੁਣੀਆਂ। ਤਾਰੀਖ ਫਰਿਸ਼ਤਾ ਦੇ ਲੇਖਕ ਮੁੱਲਾ ਮੁਹੰਮਦ ਕਾਸਿਮ ਨੇ ਹਜ਼ਰਤ ਮਖਦੂਮ-ਏ-ਜਹਾਨੀਆ ਸੈਯਦ ਜਲਾਲੁੱਦੀਨ ਹੁਸੈਨ ਬੁਖਾਰੀ ਉੱਚ ਅਤੇ ਸ਼ੇਖ ਅਬਦੁੱਲਾ ਸਫੀ ਦੀ ਗਵਾਹੀ ਨਾਲ ਲਿਖਿਆ ਹੈ ਕਿ ਇੱਕ ਵਾਰੀ ਕਾਬਾ ਖੁਦ ਚੱਲ ਕੇ ਕੁਤਬ ਉਲ ਹਿੰਦ ਸ਼ੇਖ ਨਸੀਰ ਉਦ-ਦੀਨ ਮੁਹੰਮਦ ਪਾਸ ਪੁੱਜਾ, ਕਿਉਂਕਿ ਸ਼ੇਖ ਜੀ ਅੱਲਾ ਦੀ ਯਾਦ ਵਿੱਚ ਮਸਤ ਸਨ ਅਤੇ ਉਹ ਮੱਕਾ ਹੱਜ ਲਈ ਜਾ ਨਹੀਂ ਸਕਦੇ ਸਨ। ਸੋ ਕੋਈ ਇਹ ਹੈਰਾਨੀ ਦੀ ਗੱਲ ਨਹੀਂ ਕਿ ਕਾਬਾ ਜੀਵਨ ਨੂੰ ਫਿਰਦਾ ਨਜ਼ਰ ਆਇਆ ਹੋਵੇ। ਉਹ ਪੁਕਾਰ ਉੱਠਿਆ ਹੋਵੇ, ਕਿੱਧਰ ਨਹੀਂ ਖੁਦਾ ਦਾ ਘਰ, ਕਿੱਧਰ ਨਹੀਂ ਖੁਦਾ ਦਾ ਘਰ। ਗੁਰੂ ਨਾਨਕ ਦੇਵ ਜੀ ਦਾ ਆਪਣਾ ਨਿਰਾਲਾ ਹੀ ਢੰਗ ਸੀ। ਉਹ ਸੀਸ ਤਲੀ ਤੇ ਰੱਖ ਕੇ ਵੀ ਸੱਚ ਦਾ ਹੋਕਾ ਦੇ ਜਾਂਦੇ ਸਨ। ਉਹ ਜਾਣਦੇ ਸਨ ਕਿ ਬਣੀਆਂ ਹੋਈਆਂ ਮਨੌਤਾਂ ਤੇ ਚੋਟ ਮਾਰਨੀ ਕੋਈ ਸਹਿਲਾ ਕੰਮ ਨਹੀਂ। ਸ਼ਰਅ ਦੇ ਕੈਦੀ ਕਦ ਸੁਣਨ ਵਾਲੇ ਹਨ ਇਹੋ ਜਿਹੇ ਵਿਚਾਰ, ਪਰ ਬਾਬਾ ਜੀ ਦਾ ਕੁਝ ਅਜਿਹਾ ਪ੍ਰਭਾਵ ਸੀ ਕਿ ਸਭ ਹੋਏ ਹੈਰਾਨ। ਕਿਰਨ ਜੋਹਾਰੀ ਚਰਚਾ। ਹੁਣ ਸਾਰੇ ਹਾਜੀਆਂ ਅਤੇ ਮੁਲਾਣਿਆਂ ਨੇ ਚਰਚਾ ਛੇੜ ਦਿੱਤੀ। ਪਹਿਲਾਂ ਇਹ ਹੀ ਪੁੱਛਿਆ ਕਿ ਤੁਹਾਡੀ ਕਿਤਾਬ ਜੋ ਗੁਰੂ ਜੀ ਪਾਸ ਸੀ ਵਿੱਚ ਹਿੰਦੂ ਵੱਡਾ ਕਿ ਮੁਸਲਮਾਨ ਹੈ। ਗੁਰੂ ਜੀ ਨੇ ਕਿਹਾ, ਨੇਕ ਅਮਲਾਂ ਬਿਨਾਂ ਦੋਵੇਂ ਹੀ ਰੋਂਦੇ ਹਨ। ਹਿੰਦੂ ਅਤੇ ਮੁਸਲਮਾਨ ਦੋਵੇਂ ਕੇਵਲ ਹਿੰਦੂ ਜਾਂ ਮੁਸਲਮਾਨ ਹੋਣ ਕਰਕੇ ਰੱਬ ਦੀ ਦਰਗਾਹ ਵਿੱਚ ਪਨਾਹ ਨਹੀਂ ਲੈਣਗੇ। ਰਾਮ ਰਹੀਮ ਇੱਕੋ ਹੀ ਹਨ। ਈਰਖਾ ਕਰਕੇ ਲੋਕੀ ਅੱਡ-ਅੱਡ ਦਰਸਾ ਰਹੇ ਹਨ। ਇਹ ਸ਼ੈਤਾਨੀ ਰਾਹ ਹੈ ਕਿ ਧਰਮਾਂ ਵਿੱਚ ਲੜਾਈ ਪਾਈ ਜਾਵੇ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੀ ਮੁਸਲਮਾਨ ਨੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜ ਦੋਨੋਂ ਰੋਈ। ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ ਲਹਿਨ ਨਟੋਈ। ਕਰਨੀ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਈਂ ਖਲੋਈ। ਰਾਹ ਸ਼ੈਤਾਨੀ ਦੁਨੀਆ ਗੋਈ। ਉੱਥੇ ਹੀ ਗੁਰੂ ਨਾਨਕ ਦੇਵ ਜੀ ਕੋਲੋਂ ਉਹਨਾਂ ਖਲੀਫਿਆਂ ਨੇ ਯਾਦ ਵਜੋਂ ਖੜਾਵ ਲਈ ਅਤੇ ਉਸ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ। ਬਾਬੇ ਦੀ ਸਭ ਤੋਂ ਵੱਡੀ ਉਪਮਾ ਇਹ ਹੈ ਕਿ ਉਸ ਨੂੰ ਘਰ-ਘਰ ਹਿੰਦੂ ਮੁਸਲਮਾਨ ਆਪਣਾ ਫਿਰਕੂ ਪੂਣਾ ਗੁਆ ਕੇ ਗਾ ਰਹੇ ਹਨ ਅਤੇ ਉਸਦੇ ਗੀਤ ਗਾ ਰਹੇ ਹਨ। ਸੂਰਜ ਨਿਕਲਣ ਨਾਲ ਚਾਰੇ ਪਾਸੇ ਰੌਸ਼ਨੀ ਹੋਈ ਜਾਂ ਜਿਵੇਂ
ਸ਼ੇਰ ਗਰਜਦਾ ਹੈ ਤਾਂ ਹਿਰਨ ਨੱਸਦੇ ਹਨ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਗਰਜਨ ਨਾਲ ਪਖੰਡ ਨੱਸ ਗਏ। ਉੱਥੇ ਹੀ ਕਈ ਪ੍ਰਸ਼ਨ ਉੱਤਰ ਹੋਏ। ਚਰਚਾ ਛੇੜਨ ਵਾਲਿਆਂ ਵਿੱਚ ਰੁਕਨਦੀਨ ਸਭ ਤੋਂ ਅੱਗੇ ਸੀ। ਸੈਯਦ ਸਾਨੀ, ਮਖਦੂਮ, ਰੁਕਨਦੀਨ, ਅਬੁਲ ਫਤਿਹ ਜਦ ਮੱਕੇ ਜਾਂਦੇ ਸਨ ਤਾਂ ਉੱਥੋਂ ਦੇ ਸ਼ਰੀਫ ਸਮਾਨ ਹੁੰਦੇ ਸਨ। ਸਾਰਿਆਂ ਨੇ ਉਹਨਾਂ ਨੂੰ ਹੀ ਅੱਗੇ ਕੀਤਾ। ਉਹਨਾਂ ਨਾਲ ਕੋਈ ਹੋਰ ਹਿੰਦੀ ਫਕੀਰ ਵੀ ਸਨ, ਜਿਨ੍ਹਾਂ ਵਿੱਚੋਂ ਲਾਲ ਜਤੀ ਵੀ ਇੱਕ ਸੀ। ਪਹਿਲਾ ਪ੍ਰਸ਼ਨ ਇਹ ਸੀ ਕਿ ਰੱਬ ਤੋਂ ਆਇਆ ਕੁਰਾਨ ਅਤੇ ਨਾਜ਼ਲ ਹੋਆ ਰਸੂਲ ਮੁਹੰਮਦ ਅਤੇ ਫਿਰ ਆਏ 4 ਯਾਰ ਕਲਮਾ ਤੇ ਸਿਫਾਰਿਸ਼ ਸਿਰਫ ਉਹ ਹੀ ਬਚਣਗੇ ਜੋ ਨਬੀ ਨੂੰ ਪੁਕਾਰਨਗੇ। ਗੁਰੂ ਜੀ ਨੇ ਉੱਤਰ ਵਜੋਂ ਕਿਹਾ ਕਿ ਰੱਬ ਵਾਹਦ ਉਲ ਸ਼ਰੀਕ ਹੈ, ਪੈਗੰਬਰ ਉਸ ਦਾ ਅੰਤ ਨਹੀਂ ਪਾ ਸਕਦੇ। ਰੱਬ ਦਾ ਕੋਈ ਮੁਫਤੀ ਨਹੀਂ ਹੈ ਤੇ ਨਾ ਹੀ ਕੋਈ ਯਾਰ ਹੈ। ਜੋ ਰੱਬ ਦੇ ਰਾਹ ਤੇ ਟੁਰਨਗੇ ਉਹਨਾਂ ਨੂੰ ਹੀ ਪਨਾਹ ਮਿਲੇਗੀ। ਮਹਿਮਾ ਪ੍ਰਕਾਸ਼ ਦੇ ਸ਼ਬਦ ਵੀ ਭਾਵਪੂਰਤ ਹਨ। ਕਰ ਮਿਸਕੀਨੀ ਬੰਦਗੀ ਤਾਂ ਮਿਲਿਆ ਬੇਪਰਵਾਹ। ਰੁਕਨਦੀਨ ਨੇ ਫਿਰ ਕਿਹਾ, ਜੋ ਵੀ ਨਬੀ ਦਾ ਕਲਮਾ ਨਹੀਂ ਪੜ੍ਹਨਗੇ ਦੋਜ਼ਖ ਵਿੱਚ ਜਾਣਗੇ ਅਤੇ ਬਗੈਰ ਮੁਹੰਮਦੀ ਦੀਨ ਦੇ ਬਾਕੀ ਸਭ ਧਰਮ ਉਰੇ ਹਨ। ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ ਕਿ ਜਿਨ੍ਹਾਂ ਦਾ ਈਮਾਨ ਪੂਰਾ ਹੈ ਉਹਨਾਂ ਨੂੰ ਹੀ ਬਹਿਸ਼ਤ ਮਿਲੇਗਾ। ਕਈ ਨਬੀ ਅਤੇ ਕਈ ਰਸੂਲ ਹਨ, ਉੱਥੇ ਸਿਫਾਰਸ਼ਾਂ ਨਹੀਂ ਚੱਲਦੀਆਂ, ਬੰਦਗੀ ਵਾਲਾ ਹੀ ਕਬੂਲ ਹੋਏਗਾ। ਰੁਕਨਦੀਨ ਦਾ ਫਿਰ ਕਹਿਣਾ ਸੀ, ਰਾਹ ਤਾਂ ਬਹੁਤ ਭੀੜਾ ਹੈ, ਕਿਵੇਂ ਕੋਈ ਬਚ ਨਿਕਲੇਗਾ। ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਜਿੱਥੇ ਆਤਿਸ਼ ਦੁਨੀਆ ਹੈ ਉੱਥੇ ਠੰਡ ਪਾਉਣ ਵਾਲਾ ਉਸ ਦਾ ਨਾਂ ਹੈ, ਪਰ ਪਾਰ ਕਰਨ ਵਾਲਾ ਬੇੜਾ ਵੀ ਉਸ ਦਾ ਨਾਂ ਹੀ ਹੈ। ਜਿੱਥੇ ਸ਼ਾਇਰ ਆਤਿਸ਼ੀ ਬੇੜਾ ਨਾਮ ਖੁਦਾਏ, ਮੁਰਸ਼ਦ ਆਫਰ ਦਾ ਤਹਾਂ ਇੱਕੋ ਸ਼ਬਦ ਮਿਲਾਏ। ਰੁਕਨਦੀਨ ਨੂੰ 5 ਉਪਦੇਸ਼ ਦਿੱਤੇ ਕਿ ਇਹਨਾਂ ਨੂੰ ਕਮਾਉਣ ਨਾਲ ਪਾਰ ਹੋ ਜਾਏਗਾ। ਅੱਲਾ ਦੀ ਬੰਦਗੀ, ਸੱਚ ਨੂੰ ਪੱਲੇ ਬੰਨਣਾ, ਕਿਰਤ ਕਮਾਈ, ਵੰਡ ਛਕਣਾ, ਦਸਵੰਧ ਕੱਢਣਾ, ਇਹ ਹੀ ਭਿਸ਼ਤ ਦਾ ਰਾਹ ਹੈ। ਅੱਲਾ ਦੀ ਕਰ ਬੰਦਗੀ, ਸੱਚ ਬੋਲੀ ਨਿਸਦੇ, ਖਾ ਖਵਾਵੋ ਖੱਟ ਕੇ, ਕਰੋ ਮਸਤਕਕਾਰ, ਨੱਖ ਸਿੱਖ ਪਵੇ ਪਸੀਨੜਾ, ਉਹ ਖਾਣਾ ਸਾਰ, 10ਵਾਂ ਹਿੱਸਾ ਉਸਥੀ ਰਾਹ ਰੱਬ ਦੇ ਅਣਪੁੱਛੇ ਪਾਵੇ ਭਿਸ਼ਤ ਸੇ, ਸਦ ਹਕੀਕਤ ਇਹ। ਜਦ ਰੁਕਨਦੀਨ ਨੇ ਇਹ ਪੁੱਛਿਆ ਕਿ ਬਜ਼ੁਰਗ ਕੌਣ ਹੈ ਤਾਂ ਆਪ ਜੀ ਨੇ ਕਿਹਾ, ਜਿਸ ਦੀ ਨੀਅਤ ਰਾਸ ਦੂਜੇ ਦੇ ਗੁਣ ਸੁਣ ਸੁਣ ਕੇ ਪ੍ਰਸੰਨ ਹੋਣ ਵਾਲਾ, ਗੁਣ ਵਾਲੇ ਦੀ ਰੀਸ ਕਰਨ ਵਾਲਾ, ਵਡਿਆਈ ਉਸ ਦੀ ਹੀ ਕਰੇ ਜਿਸ ਰਾਹੀਂ ਗੁਣ ਮਿਲੇ ਹਨ, ਗੁਰ ਸ਼ਬਦ ਅਤੇ ਆਤਮ ਗਿਆਨ ਨੂੰ ਆਪਣਾ ਆਧਾਰ ਬਣਾਏ, ਪਰ ਇਸਤਰੀ ਦਾ ਤਿਆਗੀ, ਦੁਵਿਧਾ ਪਾਉਣ ਵਾਲੀਆਂ ਗੱਲਾਂ ਤੋਂ ਪਰੇ ਰਹਿਣ ਵਾਲਾ, ਜੇ ਬਲੀ ਹੋਏ ਤਾਂ ਬਲ ਨਾ ਜਤਲਾਉਣ ਵਾਲਾ ਅਤੇ ਬਦਕਾਰਾਂ ਦੀ ਸੌਬਤ ਤੋਂ ਦੂਰ ਰਹਿਣ ਵਾਲਾ। ਰੁਕਨਦੀਨ ਅਤੇ ਹੋਰ ਸਾਰੇ ਫਕੀਰ ਮੰਨ ਗਏ ਕਿ ਗੁਰੂ ਨਾਨਕ ਸਿਵਾਏ ਇੱਕ ਪਾਕ ਅੱਲਾ ਦੇ ਹੋਰ ਕਿਸੇ ਦੀ ਗੱਲ ਨਹੀਂ ਕਰਦਾ। ਕੀਤੇ ਸਭ ਮਨਸੂਖ ਤੂੰ ਬਾਜੋ ਅੱਲਾ ਪਾਕ। ਜਦ ਉਹਨਾਂ ਪੁੱਛਿਆ ਕਿ ਉਸ ਦੇ ਦਰ ਤੇ ਕੀ ਲਿਖਿਆ ਹੈ ਤਾਂ ਵੀ ਆਪ ਜੀ ਨੇ ਇਹ ਹੀ ਕਿਹਾ, ਦਰ ਤੇ ਇਹੋ ਲਿਖਿਆ ਇੱਕੋ ਪਾਕ ਖੁਦਾਏ। ਜਦ ਉਸ ਨੇ ਸੁਨਨਤ ਅਤੇ ਨਮਾਜ਼ ਦੀ ਹਕੀਕਤ ਪੁੱਛੀ ਤਾਂ ਗੁਰੂ ਜੀ ਨੇ ਕਿਹਾ, ਸੱਚੀ ਸੁਨਨਤ ਬੰਦਗੀ ਸੱਚ ਨਮਾਜ਼ ਕਰਾਏ। ਫਿਰ ਬਹੂਦੀਨ ਨਾਂ ਦੇ ਫਕੀਰ ਨੇ ਰੂਹ, ਖੁਦਾ ਅਤੇ ਸੱਚ ਦਾ ਭੇਦ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ, ਰੂਹ ਖੁਦਾਏ ਨਾ ਭੇਦ ਕੁਛ, ਰਹਿਸਨ ਇੱਕੋ ਥਾਏ, ਸੱਚ ਇਹੋ ਬੰਦਗੀ ਰਹਿਣਾ ਖੁਸ਼ੀ ਰਜਾਈ। ਸਭ ਨੂੰ ਖੁਦਾਏ ਦਾ ਜਾਣੇ ਆਪਣਾ ਆਪ, ਜਿੰਨਾ ਆਪ ਪਛਾਣਿਆ ਤਿੰਨਾ ਪੁੰਨ ਨਾ ਪਾਪ। ਜਦ ਉਹਨਾਂ ਇਹ ਪੁੱਛਿਆ ਕਿ ਕੌਣ ਨੇੜੇ ਅਤੇ ਕੌਣ ਦੂਰ ਹੈ ਤਾਂ ਆਪ ਜੀ ਨੇ ਫਰਮਾਇਆ, ਉਹ ਨਜ਼ੀਕ ਖੁਦਾਏ ਦੇ ਜੋ ਰੱਖਦੇ ਹੈ ਯਾਦ, ਖਾਣਾ ਗਮ ਹੈ ਰੱਬ ਦਾ, ਪਹਿਨਣ ਖਿਮਾ ਪੁਸ਼ਾਕ। ਪੀਰ ਜਲਾਲਦੀਨ ਨੇ ਕਿਹਾ ਕਿ ਮੁਸਲਮਾਨਾਂ ਵਾਸਤੇ ਭਿਸ਼ਤ ਬਣਾਏ ਹਨ ਅਤੇ ਮੁਹੰਮਦੀ ਹੋਣਾ ਹੀ ਛੁੱਟਣਾ ਹੈ। ਗੁਰੂ ਜੀ ਨੇ ਕਿਹਾ, ਰੂਹ ਹਿੰਦੂ ਤੁਰਕ ਨਹੀਂ, ਜਦ ਤੱਕ ਇਹ ਸਰੀਰ ਹੈ ਤਦ ਤੱਕ ਹੀ ਧਰਮਾਂ ਦੇ ਝਗੜੇ ਹਨ। ਮਜ਼ਹਬ ਕਿਸੇ ਦੀ ਭਿਸ਼ਤ ਨਾ ਦੋਜ਼ਕ, ਮਜ਼ਹਬ ਨਾ ਕਾਏ। ਫਿਰ ਜਦ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਆਪਣਾ ਧਰਮ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, 5 ਤੱਤ ਕਾ ਪੁਤਲਾ ਗੈਬੀ ਖੇਲੇ ਮਾਹੇ, ਅਤੇ ਸੱਚਾ ਮਹਿਜਬ ਅੱਲਾ ਦਾ, ਲਾ ਮਹਿਜ ਵੀ ਇੱਕ ਨੂਰ, ਅਮਲਾਂ ਤੇ ਨਵੇੜੇ ਸਾਹਿਬ ਦੇ ਦਰਬਾਰ,
कोई करे सहाय ना पैगंबर अवतार। मक्के होर भी कई सवाल उन्हां पुछे जिन्हां विच ਇਹ 3 प्रसिद्ध ਹਨ। अल्लाह क्या है, रहता कहाँ है, करता क्या है। गुरु जी ने फरमाया ਉਹ ਇੱਕ है, ਇੱਕ ਤੋਂ बगैर कुछ नहीं, ਪਹਿਲਾਂ ਵੀ ਕੁਝ नहीं, ਪਿੱਛੋਂ ਸਾਰਾ ਉਸਦਾ ਪਸਾਰਾ ਹੈ, ਰਹਿੰਦਾ ਹਿਰਦੇ ਵਿੱਚ ਹੈ। ਇਸ ਨੂੰ ਪ੍ਰਗਟਾਉਣ ਲਈ ਯਤਨ ਅਤੇ ਉਦਮ ਦੀ ਲੋੜ ਹੈ। ਪਹਿਲਾਂ ਭਾਂਡਾ ਸਾਫ਼ ਕਰੋ, ਫਿਰ ਇਸ ਵਿੱਚ ਦੁੱਧ ਕਰਮ ਪਾਓ ਅਤੇ ਨਾਮ ਦੀ ਜਾਗ ਲਗਾ ਕੇ ਨਿਰਾਸ਼ ਹੋ ਜਾਓ। ਆਲਸ ਛੱਡ ਕੇ ਰਿੜਕੋ ਤਾਂ ਉਹ ਪ੍ਰਗਟ ਹੋ ਜਾਏਗਾ। ਉਸ ਦਾ ਕਰਮ ਥਾਪ ਉਥਾਪ ਹੀ ਹੈ। ਅਸੀਂ ਉਸ ਦੇ ਕਰਮਾਂ ਦਾ ਅੰਤ ਨਹੀਂ ਪਾ ਸਕਦੇ। ਮਕਾਲਫ ਅਨੁਸਾਰ ਜਦ ਇਹ ਪੁੱਛਿਆ ਗਿਆ ਕਿ ਮਹਾਰਾਜ ਫਿਰ ਖੁਦਾ ਨੂੰ ਲੋਕੀ ਕਿਵੇਂ ਪਾ ਸਕਦੇ ਹਨ ਤਾਂ ਆਪ ਜੀ ਨੇ ਕਿਹਾ, ਨਿਮਰਤਾ ਅਤੇ ਬੰਦਗੀ ਨਾਲ। ਉਹਨਾਂ ਆਪਣਾ ਤਜਰਬਾ ਦੱਸਦੇ ਹੋਏ ਕਿਹਾ, ਮਨੁੱਖ ਕਿੰਨਾ ਵੀ ਉੱਚਾ ਹੋ ਜਾਵੇ ਪਰ ਫਿਰ ਉਹ ਧਰਤੀ ਉੱਤੇ ਹੀ ਡਿੱਗੇਗਾ। ਕੋਈ ਪੰਛੀ ਉਡਾਰੀ ਲਾਵੇ ਪਰ ਉਹ ਵਾਹਿਗੁਰੂ ਦੇ ਹੁਕਮ ਨਾਲ ਚੱਲਣ ਵਾਲੀ ਨਦੀ, ਧਾਰਾ ਅਤੇ ਪੌਣ ਦਾ ਮੁਕਾਬਲਾ ਨਹੀਂ ਕਰ ਸਕਦਾ। ਵੇਦ ਕਤੇਬ ਵਾਚੇ ਹਨ ਪਰ ਉਹ ਅੰਤ ਨਹੀਂ ਪਾ ਸਕਦੇ। ਮੈਂ ਆਪਣਾ ਹਿਰਦਾ ਬੇੜੀ ਵਿੱਚ ਲਗਾਇਆ, ਹਰ ਸਮੁੰਦਰ, ਦਰਿਆ, ਨਦੀ ਤਲਾਸ਼ ਕੀਤੀ, ਕੌੜਾ ਅਤੇ ਮਿੱਠਾ ਫਲ ਵੀ ਖਾਧਾ, ਪਰ ਇਹ ਯਕੀਨ ਨਾਲ ਕਹਿ ਸਕਦਾ ਹਾਂ ਕਿ ਮਨੁੱਖ ਆਪਣੇ ਮਤ ਵਿੱਚ ਤਾਂ ਹੀ ਹੈ ਜੇ ਵਾਹਿਗੁਰੂ ਦਾ ਭੈ ਰੱਖੇ, ਸੱਚ ਪੱਲੇ ਬੰਨੇ ਅਤੇ ਨੇਕ ਕਰਮ ਕਰੇ। ਡਾਕਟਰ ਗੰਡਾ ਸਿੰਘ ਜੀ ਦੇ ਲਿਖੇ ਅਨੁਸਾਰ ਅਰਬ ਦੇਸ਼ ਵਿੱਚ ਅਜੇ ਵੀ ਸਰਬੀਆ ਕਬੀਲੇ ਦੇ ਅਬਿਦ ਫਕੀਰ ਹਨ ਜੋ ਆਪਣੇ ਆਪ ਨੂੰ ਬਾਬਾ ਨਾਨਕ ਸ਼ਾਹ ਦੇ ਮੁਰੀਦ ਕਹਿੰਦੇ ਹਨ, ਕੇਸ ਰੱਖਦੇ ਹਨ ਅਤੇ ਹੋਰ ਰਹਿਤ ਦੇ ਵੀ ਧਾਰਨੀ ਹਨ। ਮਦੀਨਾ, ਉੱਥੋਂ ਆਪ ਜੀ ਮਦੀਨਾ ਗਏ। ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਤੋਂ ਬਾਹਰ ਮਰਦਾਨੇ ਨੇ ਰਬਾਬ ਵਜਾਈ ਅਤੇ ਗੁਰੂ ਜੀ ਨੇ ਬਸੰਤ ਹਿਡੋਲ ਵਿੱਚ 9-7-14 ਤੀਨੀ 4 ਕਰ ਮਹਿਲਤ 4 ਬਹਾਲੀ ਦਾ ਸ਼ਬਦ ਗਾਇਆ। ਸਾਰੇ ਹੀ ਪੱਥਰ ਚੁੱਕ ਕੇ ਮਾਰਨ ਆਏ। ਕਨਈਆ ਲਾਲ ਦੇ ਲਿਖਣ ਅਨੁਸਾਰ ਮੱਕਾ ਮਦੀਨੇ ਦੇ ਮੁਖੀਏ ਨੇ ਸੰਗਸਾਰ ਕਰਨ ਦਾ ਹੁਕਮ ਦੇ ਦਿੱਤਾ। 9000 ਮੁਸਲਮਾਨਾਂ ਨੇ ਗੁਰੂ ਸਾਹਿਬ ਨੂੰ ਮਾਰਨ ਲਈ ਪੱਥਰ ਚੁੱਕੇ। ਗੁਰੂ ਜੀ ਅਕਾਲ ਅਕਾਲ ਉੱਚੀ ਉੱਚੀ ਕਹਿਣ ਲੱਗੇ। ਇਹ ਹੀ ਬੋਲਾ ਸਤਿ ਸ਼੍ਰੀ ਅਕਾਲ ਅਤੇ ਗੁਰਬਰ ਅਕਾਲ ਕਰਕੇ ਹੁਣ ਬੋਲਿਆ ਜਾਂਦਾ ਹੈ। ਜਦ ਇਹ ਆਵਾਜ਼ ਉੱਠੀ ਤਾਂ ਪੱਥਰ ਹੱਥਾਂ ਵਿੱਚ ਚਪਟੇ ਰਹੇ। ਬਦੇ ਜੁੱਸੇ ਸਭ ਦੇ ਹਲੇ ਚਲੇ ਨਹੀਂ ਕੋਏ, ਸਭ ਨੇ ਖਿਬਾ ਮੰਗੀ। ਗੁਰੂ ਜੀ ਨੇ ਕੁਝ ਨਾ ਕਿਹਾ। ਉੱਥੇ ਹੀ ਅਬਦ ਰਹਿਮਾਨ ਬਗਦਾਦੀ, ਇਮਾਮ ਸ਼ਰਫ, ਇਮਾਮ ਸਾਫੀ, ਇਮਾਮ ਆਜ਼ਮ, ਕਮਾਲਦੀਨ, ਜਮਾਲਦੀਨ, ਗਊਸਦੀਨ, ਇਮਾਮ ਜਾਫਰ ਅਤੇ ਹੋਰ ਕਈ ਮਿਲੇ। ਉਹਨਾਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ, ਮਨ ਦੀ ਹੀ ਸੰਤਾਨ ਸਾਰਾ ਸੰਸਾਰ ਹੈ। ਮਨ ਦੀਆਂ ਹੀ 2 ਇਸਤਰੀਆਂ ਸੁਮਤੀ ਅਤੇ ਕੁਮਤੀ ਹਨ। ਕੁਮਤੀ ਪਿੱਛੇ ਟੁਰਨ ਵਾਲਾ ਸ਼ੈਤਾਨ ਅਤੇ ਸੁਮਤੀ ਪਿੱਛੇ ਟੁਰਨ ਵਾਲਾ ਫਕੀਰ ਹੈ। ਖੁਦੀ ਤਕਬਰੀ ਛੱਡਣੀ ਹੀ ਅਸਲ ਧਰਮ ਹੈ। ਸ਼ਰਾਂ ਦੇ ਗੁਲਾਮ ਨਾ ਬਣੋ। ਰੱਬ ਦਾ ਕੋਈ ਸ਼ਰੀਕ ਨਹੀਂ, ਇੱਕੋ ਇੱਕ ਖੁਦਾਏ ਹੈ, ਹੋਰ ਸ਼ਰੀਕ ਨਸਾਕ। ਉਹਨਾਂ ਦੇ ਵਿਚਾਰ ਸੁਣ ਕੇ ਸਾਰਿਆਂ ਕਿਹਾ, ਸੁਲਾ ਕੁਲ ਇਹ ਪੀਰ ਹੈ, ਰੱਦ ਕਰੋਗੇ ਦੂਰ। ਬਿਨ ਪਰਮੇਸ਼ਰ ਔਰ ਕੀ ਮੰਨਤ ਕਰ ਹੈ ਦੂਰ। ਗਿਆਨੀ ਗਿਆਨ ਸਿੰਘ ਜੀ ਦੇ ਲਿਖਣ ਅਨੁਸਾਰ ਗੁਰੂ ਨਾਨਕ ਦੇਵ ਜੀ ਮਦੀਨੇ ਤੋਂ ਚੱਲਦੇ ਅਜਾਰਾ, ਮਸ਼ਹਦ, ਅਲੀ, ਕਰਬਲਾ ਤੋਂ ਹੋ ਕੇ ਕਹਿਰਾ ਤੱਕ ਗਏ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਪੁੰਨ ਗਏ ਰੂਸ ਕਾਰੂ ਕੋ ਕੀਆ ਤਨਕੀਨ, ਬਾਦਸ਼ਾਹ ਮੁਰੀਦ ਖੁਦਕੀਨ। ਗੰਜ 45 ਦੀਏ ਲੁਟਾਏ, ਬੰਦੀ ਖਾਨੇ ਸਭ ਦੀਏ ਛੁਡਾਏ। ਕਾਰੂ ਨਾਂ ਦੇ ਸੁਲਤਾਨ ਹਮੀਦ ਨਾਲ ਵੀ ਮੁਲਾਕਾਤ ਹੋਈ, ਜਿਸ ਨੂੰ ਨਸੀਹਤਨਾਮਾ ਬਖਸ਼ਿਆ। ਉਸ ਨੂੰ ਦੁਨੀ ਦੌਲਤ ਦੀਨੀ ਹੱਠ ਛੱਡਣ ਲਈ ਕਿਹਾ ਅਤੇ ਦੇਗ ਚਲਾਵੋ ਸਗਲੇ ਦੇਸਨ, ਸੰਗਤ ਕਰੋ ਸਦਾ ਦਰਵੇਸਨ ਦਾ ਉਪਦੇਸ਼ ਦਿੱਤਾ। ਅਟਲ ਸੱਚਾਈ ਕਹਿੰਦੇ ਫਰਮਾਇਆ, ਜਿਸ ਦੀ ਦੇਗ ਚਲੇ ਜਗਤ ਵਿੱਚ, ਤੇਗ ਵੀ ਤਿਸ ਦੀ ਹੋਏ, ਕਰੇ ਅਦਾਲਤ ਸੱਚ ਦੀ, ਜੀਤੇ ਸਗਲੇ ਲੋਏ। नसीहतनामे दे कुछ शेर इस प्रकार हैं। दमड़ा उसी का जो खर्चे और खाए, देवे दिलावे रजाए खुदाए, होता ना राखे अकेला ना खाए, तहकीक दिल जानी वही पिस्त जाए, हाकम कहावे हुकूमत ना होए,
दुनिया का दीवाना फिरे मस्त लोए। मेहर से ना देखे दुनिया के दीवाने, हमेशा ना रहेगी तू ऐसी न जाने। ਉਸ ਨੂੰ ਰਾਜੇ ਅਤੇ ਪਰਜਾ ਦਾ ਸੰਬੰਧ ਦੱਸਦੇ ਫਰਮਾਇਆ, ਬਾਦਸ਼ਾਹ ਦਾ ਖਜ਼ਾਨਾ ਪਰਜਾ ਹੈ, ਪਰਜਾ ਦਾ ਦੌਲਤਮੰਦ ਹੋਣਾ ਹੀ ਰਾਜ ਦੀ ਵਡਿਆਈ ਹੈ। ਪਰਜਾ ਬਾਗ ਹੈ, ਬਾਦਸ਼ਾਹ ਮਾਲੀ ਹੈ। ਜੇ ਪਰਜਾ ਬੱਕਰੀਆਂ ਹਨ ਤਾਂ ਬਾਦਸ਼ਾਹ ਅਯਾਲੀ ਹੈ। ਜਿਸ ਦੀ ਪਰਜਾ ਸੁਖੀ ਅਤੇ ਬਾਦਸ਼ਾਹ ਖੁਸ਼ ਹੈ, ਉਸ ਨੂੰ ਕਦੇ ਗਨੀਮ ਦਾ ਭੈ ਨਹੀਂ ਹੁੰਦਾ। ਪਰਜਾ ਆਪਣੇ ਬਾਦਸ਼ਾਹ ਤੋਂ ਸਭ ਕੁਝ ਵਾਰ ਦਿੰਦੀ ਹੈ, ਜੇ ਉਹ ਉਹਨਾਂ ਦਾ ਖਿਆਲ ਰੱਖੇ। ਜੋ ਰਾਜੇ ਐਸ਼ ਵਿੱਚ ਪਏ ਰਹਿੰਦੇ ਹਨ, ਉਹਨਾਂ ਦਾ ਰਾਜ ਕਾਇਮ ਨਹੀਂ ਰਹਿ ਸਕਦਾ। ਪਰਜਾ ਵੀ ਉਹਨਾਂ ਦੇ ਲਹੂ ਦੀ ਪਿਆਸੀ ਹੋ ਜਾਂਦੀ ਹੈ। ਬਾਬਾ ਗਿਆ ਬਗਦਾਦ ਨੂੰ। ਬਾਬਾ ਜੀ ਫਿਰ ਬਗਦਾਦ ਨੂੰ ਗਏ। ਬਗਦਾਦ ਨੂੰ ਇਸਲਾਮੀ ਰਾਜਧਾਨੀ, ਈਰਾਨ ਦੀ ਸੋਹਣੀ ਅੱਖ ਅਤੇ ਕਲਾ ਸੁੰਦਰਤਾ ਦਾ ਮਹਾਨ ਕੇਂਦਰ ਗਿਣਿਆ ਜਾਂਦਾ ਸੀ। ਉਹਨਾਂ ਨਾਲ ਭਾਈ ਮਰਦਾਨਾ ਜੀ ਸਨ। ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 35ਵੀਂ ਪੌੜੀ ਵਿੱਚ ਲਿਖਦੇ ਹਨ ਕਿ ਉਹਨਾਂ ਬਾਹਰ ਜਾ ਕੇ ਟਿਕਾਣਾ ਕੀਤਾ ਅਤੇ ਬਾਂਗ ਦਿੱਤੀ। ਅੱਲਾਹੂ ਅਕਬਰ ਵੀ ਕਿਹਾ, ਲਾ ਇਲਾਹਾ ਇਲੱਲਾ ਵੀ ਉਚਾਰਿਆ, ਹਾਈ ਅਲ ਫਲਾਹਾ ਵੀ ਕਿਹਾ। ਪਰ ਮੁਹੰਮਦ ਰਸੂਲ ਅੱਲਾ ਦੀ ਥਾਵੇਂ ਭਾਈ ਮਣੀ ਸਿੰਘ ਜੀ ਕਹਿੰਦੇ ਹਨ, ਗੁਰਬਰ ਅਕਾਲ ਸਤਿ ਸ਼੍ਰੀ ਅਕਾਲ, ਚਿੱਤ ਚਰਨ ਨਾਮ, ਘਰ ਘਰ ਪ੍ਰਣਾਮ, ਪ੍ਰਭੂ ਕਿਰਪਾਲ ਜੋ ਸਰਬ ਜਿਵਾਲ ਉਚਾਰਿਆ। ਨਗਰੀ ਸਾਰੀ ਸੁੰਨ ਮੁੰਨ ਹੋਈ ਅਤੇ ਵੱਡਾ ਪੀਰ, ਜਿਸ ਦਾ ਨਾਂ ਦਸਤਗੀਰ ਲਿਖਿਆ ਹੈ, ਹੈਰਾਨ ਹੋਇਆ। ਜਦ ਉਹ ਗੁਰੂ ਜੀ ਪਾਸ ਆਇਆ ਤਾਂ ਹੋਰ ਵੀ ਹੈਰਾਨ ਹੋਇਆ ਕਿ ਇੱਕ ਫਕੀਰ ਵੱਡਾ ਬੇਪਰਵਾਹ ਹੈ, ਖੁਦਾ ਬਾਂਝ ਕਿਸੇ ਦੀ ਖਾਹਿਸ਼ ਨਹੀਂ ਰੱਖਦਾ। ਫਿਰ ਦਸਤਗੀਰ ਨੇ ਪੁੱਛਿਆ, ਤੂੰ ਕੌਣ ਫਕੀਰ ਹੈ ਅਤੇ ਕਿਹੜੇ ਘਰਾਣੇ ਵਿੱਚੋਂ ਹੈ? ਕਿਸ ਕੋਲੋਂ ਭੇਖ ਲਿਆ ਹੈ? ਮਰਦਾਨਾ ਜੀ ਨੇ ਕਿਹਾ ਕਿ ਇਹ ਹੀ ਨਾਨਕ ਹੈ ਜੋ ਕਲਯੁਗ ਵਿੱਚ ਆਇਆ ਹੈ, ਰੱਬ ਦੇ ਭੇਖ ਦਾ ਫਕੀਰ ਹੈ। ਕਈ ਕਹਿੰਦੇ ਹਨ ਕਿ ਰੱਬ ਫਕੀਰ ਹੈ ਜਿਸ ਨੇ ਸਾਰੇ ਭੇਖ ਰੱਦ ਕਰ ਦਿੱਤੇ ਹਨ, ਇੱਕੋ ਰੱਬ ਨੂੰ ਪਹਿਚਾਣਦਾ ਹੈ। ਫਿਰ ਬਾਬਾ ਗਿਆ ਬਗਦਾਦ ਨੂੰ। ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ ਸੁਨ, ਸਮਾਨ ਹੁਆ ਜਹਾਨ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਵੇਖੇ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕੇ ਦਸਤਗੀਰ, ਕੌਣ ਫਕੀਰ ਕਿਸਕਾ ਕਹਿਰਾਨਾ। ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ। ਧਰਤ ਆਕਾਸ਼ ਚੌਹ ਦਿਸ ਜਾਨਾ। ਭਾਈ ਗੁਰਦਾਸ ਜੀ ਦੇ ਕਹਿਣ ਅਨੁਸਾਰ ਦਸਤਗੀਰ ਨੇ ਚਰਚਾ ਛੇੜੀ ਅਤੇ ਕਈ ਸਵਾਲ ਜਵਾਬ ਕੀਤੇ। ਜਦ ਹਰ ਸਵਾਲ ਦਾ ਉੱਤਰ ਨਿਰਣੇਜਨਕ ਮਿਲ ਗਿਆ ਤਾਂ ਸਭ ਨੂੰ ਕਹਿਣ ਲੱਗ ਪਿਆ ਕਿ ਫਕੀਰ ਵੱਡਾ ਸ਼ਕਤੀਵਾਨ ਹੈ, ਬਗਦਾਦ ਵਿੱਚ ਵੱਡੀ ਸ਼ਕਤੀ ਦੱਸੀ ਹੈ, ਲੱਖਾਂ ਹੀ ਪਤਾਲ ਅਤੇ ਆਕਾਸ਼ ਹਨ ਦੀ ਅਚਰਜ ਸੋਝੀ ਉਸੇ ਨੇ ਦਿੱਤੀ ਹੈ। ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸ਼ਕਤੀ ਜੋ ਤੁਹਾਡੇ ਕੋਲ ਹੈ, ਉਸ ਦਾ ਚਮਤਕਾਰਾ ਸਾਨੂੰ ਵੀ ਦਿਖਾਓ। ਗੁਰੂ ਜੀ ਨੇ ਦਸਤਗੀਰ ਦੇ ਪੁੱਤਰ ਦਾ ਹੱਥ ਪਕੜ ਫਿਰ ਅੱਖਾਂ ਮੂੰਦਣ ਲਈ ਕਿਹਾ ਅਤੇ ਉਸ ਅਵਸਥਾ ਵਿੱਚ ਲੈ ਗਏ ਜਿੱਥੇ ਉਸ ਨੇ ਲੱਖਾਂ ਆਕਾਸ਼ ਅਤੇ ਪਤਾਲ ਦੇਖੇ। ਇੱਕ ਕਚਕੋਲ ਭਰ ਕੇ ਕੜਾਹ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਿਆਏ, ਜੋ ਸਾਰਿਆਂ ਵਿੱਚ ਵੰਡਿਆ ਗਿਆ। ਜ਼ਾਹਰ ਕਲਾ ਅੰਦਰ ਛੁਪਾਇਆ ਨਹੀਂ ਛੁਪਦੀ। ਜਿੱਥੇ ਗੁਰੂ ਮਹਾਰਾਜ ਜੀ ਨੇ ਬੈਠ ਕੇ ਸਾਰੇ ਉਪਦੇਸ਼ ਦਿੱਤੇ ਸਨ, ਉਹ ਥੜਾ ਯਾਦਗਾਰ ਵਜੋਂ ਕਾਇਮ ਕਰ ਦਿੱਤਾ ਗਿਆ। ਪਿੱਛੋਂ ਉਸ ਦੀ ਮੁੜ ਉਸਾਰੀ ਵੀ ਕੀਤੀ ਗਈ ਅਤੇ ਇਹ ਸ਼ਬਦ ਤੁਰਕੀ ਵਿੱਚ ਲਿਖ ਦਿੱਤੇ ਗਏ। ਕੋਰਲਾ ਮੁਰਾਦ ਐਲ ਦੀ ਹਜ਼ਰਤ ਰਬਲ ਮਜੀਦ। ਬਾਬਾ ਨਾਨਕ ਫਕੀਰ ਔਲਾ ਨਾਕ ਇਮਾਰਤੇ ਜਦੀਦ, ਯਦਿਲਰ ਇਮਦਾਦ ਐਦਵਬ, ਕਿਲਦੀ ਕੀ ਤਾਰੀਖਿਨ ਯਾਪਦੀ ਨਾਬ, ਅਜਰਾ ਯਾਰ ਅਬੀ ਮੁਰੀਦ ਸੈਯਦ। ਇਸ ਦਾ ਭਾਵ ਹੈ, ਮੁਰਾਦ ਨੇ ਦੇਖੀ ਡਿੱਗੀ ਹੋਈ ਹਜ਼ਰਤ ਰੱਬ ਮਜੀਦ ਬਾਬਾ ਨਾਨਕ ਔਲੀਆ ਅੱਲਾ ਦੀ ਇਮਾਰਤ ਤਾਂ ਨਵੀਂ ਆਪਣੇ ਹੱਥਾਂ ਦੀ ਸਹਾਇਤਾ ਨਾਲ ਬਣਾ ਦਿੱਤੀ ਤਾਂ ਕਿ ਇਤਿਹਾਸ ਦੇ ਤੌਰ ਤੇ ਪੀੜ੍ਹੀ ਦਰ ਪੀੜ੍ਹੀ ਕਾਇਮ ਰਹੇ ਅਤੇ ਉਹਨਾਂ ਦੇ ਧੰਨ ਭਾਗ ਮੁਰੀਦ ਦੀ ਨੇਕੀ ਜਾਰੀ ਰਹੇ। ਸੰਨ 1917 ਹਿਜਰੀ। ਪਾਦਰੀ ਮੈਕਲੌਡ ਨੇ ਆਪਣੀ ਪੁਸਤਕ ਗੁਰੂ ਨਾਨਕ ਐਂਡ ਦੀ ਸਿੱਖ ਰਿਲੀਜਨ
ਨਾਂ ਦੀ ਪੁਸਤਕ ਵਿੱਚ ਇਹ ਕਿੰਤੂ ਕੀਤਾ ਸੀ ਕਿ ਥੜਾ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਨਹੀਂ। ਇਸ ਤੋਂ ਵੱਡੀ ਇਤਿਹਾਸਿਕ ਬਦਦਿਆਨਤੀ ਜੋ ਮੈਕਲੌਡ ਨੇ ਕੀਤੀ ਨਹੀਂ ਹੋ ਸਕਦੀ। ਜਦ ਉਹ ਆਪ ਭਾਈ ਗੁਰਦਾਸ ਜੀ ਦੇ ਲਿਖੇ ਨੂੰ ਠੀਕ ਅਤੇ ਸ਼ੁੱਧ ਮੰਨਦਾ ਹੈ ਤਾਂ ਹੋਰ ਕਿਸੇ ਗਵਾਹੀ ਦੀ ਲੋੜ ਨਹੀਂ। ਭਾਈ ਗੁਰਦਾਸ ਜੀ ਦਾ ਬਾਹਰ ਜਾਏ ਕੀ ਅਸਥਾਨਾ ਲਿਖਣਾ ਹੀ ਇਸ ਥੜੇ ਨੂੰ ਠੀਕ ਸਾਬਿਤ ਕਰਨ ਲਈ ਕਾਫੀ ਹੈ। ਇਹ ਅਸਥਾਨ ਸ਼ਹਿਰ ਤੋਂ ਬਾਹਰ ਹੈ, ਰੇਲਵੇ ਯਾਰਡ ਦੇ ਵਿਚਕਾਰ ਹੁਣ ਘਿਰ ਗਿਆ ਹੈ। ਦੂਜੇ ਉਸਨੇ ਆਪੂ ਤਰਜਮਾ ਨਾ ਕਰਕੇ ਡਾਕਟਰ V.L. ਮੈਨਗ ਰੀਡਰ ਇਨ ਤੁਰਕੀ, ਓਰੀਐਂਟਲ ਅਤੇ ਅਫਰੀਕਨ ਸਟੱਡੀਜ਼ ਲੰਡਨ ਕੋਲੋਂ ਕਰਾਉਣ ਦਾ ਯਤਨ ਕੀਤਾ। ਆਰੰਭ ਵਿੱਚ ਹੀ ਉਸਨੇ ਤਰਜਮਾ ਕਰਦੇ ਭੁੱਲ ਖਾਧੀ। ਜਦ ਉਸਨੇ ਕੋਰ ਨੂੰ ਗੌਰ ਪੜ੍ਹਿਆ ਅਤੇ ਫਿਰ ਜਿੱਥੇ ਨਾਨਕ ਸ਼ਬਦ ਆਉਂਦਾ ਹੈ ਉਸ ਬਾਰੇ ਲਿਖ ਦਿੱਤਾ ਹੈ, ਇਹ ਹੋ ਹੀ ਨਹੀਂ ਸਕਦਾ। ਪਾਦਰੀ ਮੈਕਲੌਡ ਦਾ ਐਸੇ ਸਹਾਰੇ ਲੈ ਕੇ ਨਤੀਜੇ ਕੱਢਣਾ ਨਾ ਸਿਰਫ ਮਾੜੇ ਹਨ ਸਗੋਂ ਕੋਝਾਪਣ ਵੀ ਹੈ। ਫਿਰ ਇੱਕ ਹੋਰ ਡਾਕਟਰ ਹਰੀ ਰਾਮ ਗੁਪਤਾ ਨੇ ਨਿਰੋਲ ਹਵਾਈ ਉਡਾ ਕੇ ਗੁਰੂ ਨਾਨਕ ਦੇਵ ਜੀ ਦੀ ਸੰਖੇਪ ਜੀਵਨੀ ਵਿੱਚ ਇੱਥੋਂ ਤੱਕ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿ ਮੁਰਾਦ ਦੇ ਅਰਥ ਮਰਦਾਨਾ ਹਨ ਅਤੇ ਮਰਦਾਨਾ ਬਗਦਾਦ ਵਿੱਚ ਗੁਜ਼ਰਿਆ ਅਤੇ ਥੜਾ ਗੁਰੂ ਨਾਨਕ ਦੇਵ ਜੀ ਨੇ ਬਣਵਾਇਆ। ਹੋਰ ਜੋ ਕੁਝ ਹਰੀ ਰਾਮ ਗੁਪਤਾ ਨੇ ਲਿਖਿਆ ਉਹ ਕਿਸੇ ਇਤਿਹਾਸਕਾਰ ਨੂੰ ਸ਼ੋਭਦਾ ਨਹੀਂ ਹੈ। ਉਸ ਦਾ ਇਹ ਲਿਖਣਾ ਕਿ ਮਰਦਾਨਾ ਗੁਰੂ ਲੱਗਦਾ ਸੀ ਅਤੇ ਗੁਰੂ ਨਾਨਕ ਚੇਲਾ ਕੈਸਾ ਘਟੀਆ ਖਿਆਲ ਹੈ। ਕੋਰਲਾ ਨੂੰ ਗੌਰ ਪੜ੍ਹ ਕੇ ਐਸੇ ਗਲਤ ਨਤੀਜੇ ਕੱਢਣੇ ਘੱਟ ਤੋਂ ਘੱਟ ਇਤਿਹਾਸਕਾਰ ਨੂੰ ਤਾਂ ਨਹੀਂ ਸ਼ੋਭਦੇ। ਅਸਲ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਇਹ ਲੋਕੀ ਆਪਣੇ ਘੜੇ ਪੈਮਾਨਿਆਂ ਨਾਲ ਮਾਪਣਾ ਚਾਹੁੰਦੇ ਹਨ, ਜਦ ਕਿ ਉਹਨਾਂ ਦੇ ਬਣਾਏ ਹੋਏ ਪੈਮਾਨਿਆਂ ਵਿੱਚ ਗੁਰੂ ਜੀ ਦੀ ਸ਼ਖਸੀਅਤ ਮਿਆਉਂਦੀ ਨਹੀਂ ਤਾਂ ਉਹ ਐਸੇ ਕੋਝੇ ਨਤੀਜੇ ਕੱਢਦੇ ਹਨ। ਕੀਰਤਨ ਦੀ ਮਹੱਤਤਾ। ਗੁਰੂ ਜੀ ਨੇ ਬਗਦਾਦ ਵਿੱਚ ਹੀ ਰਾਗ ਅਤੇ ਸ਼ਬਦ ਦੀ ਮਹੱਤਤਾ ਦਰਸਾਈ। ਆਪ ਜੀ ਦਾ ਫਰਮਾਨ ਸੀ ਕਿ ਰਤਨ ਰੂਪੀ ਰਾਗ ਵਿੱਚ ਅੱਲਾ ਤੱਕ ਲੈ ਜਾਣ ਦੀ ਸ਼ਕਤੀ ਵੀ ਹੈ ਅਤੇ ਅੰਦਰ ਅੰਮ੍ਰਿਤ ਦਾ ਚਸ਼ਮਾ ਚਲਾਉਣ ਦਾ ਵੱਲ ਵੀ। ਵਾਹਿਗੁਰੂ ਦਾ ਖਜ਼ਾਨਾ ਇਹ ਰਾਗ ਹੀ ਹੈ। ਇਸ ਸੱਚਾਈ ਨੂੰ ਜਾਣਨਾ ਜ਼ਰੂਰੀ ਹੈ। ਰਾਗ ਇਕਸਵਰਤਾ, ਸਮਤੌਲਤਾ, ਸਵੱਛਤਾ, ਸਰੂਰ ਅਤੇ ਮਹਾਨਤਾ ਪੈਦਾ ਕਰਦਾ ਹੈ। ਰਾਗ ਅੰਦਰਲੇ ਦੀ ਬੋਲੀ ਹੈ, ਜਿਵੇਂ ਮਨ ਦੇ ਖਿਆਲਾਂ ਨੂੰ ਪ੍ਰਗਟ ਕਰਨ ਦੀ ਬੋਲੀ ਭਾਖਾ ਹੈ। ਰਾਗ ਅੰਦਰਲੇ ਦੀ ਬੋਲੀ ਹੈ। ਰਾਗ ਵਿੱਚ ਸ਼ਬਦ ਰਲ ਜਾਏ ਤਾਂ ਕੀਰਤਨ ਹੋ ਜਾਂਦਾ ਹੈ ਜੋ ਆਤਮਾ ਅਤੇ ਪਰਮਾਤਮਾ ਨੂੰ ਮਿਲਾ ਦਿੰਦਾ ਹੈ। ਫਿਰ ਰਾਗ ਮਨੁੱਖ ਦੀ ਰਚਨਾ ਨਹੀਂ ਹੈ, ਮਨੁੱਖ ਨੇ ਇਸ ਦੇ ਨੇਮਾਂ ਨੂੰ ਲੱਭਿਆ ਹੈ। ਇਹ ਕੁਦਰਤੀ ਵਸਤੂ ਹੈ। ਜਦ ਪੀਰ ਨੇ ਸ਼ਰ੍ਹਾ ਵਿੱਚ ਰਾਗ ਬੰਦ ਦੀ ਗੱਲ ਕਹੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮਾੜਾ ਰਾਗ ਉਹਨਾਂ ਬੰਦ ਕੀਤਾ, ਅੱਲਾ ਦੀ ਯਾਦ ਵਾਲਾ ਨਹੀਂ। ਜੇ ਐਸਾ ਨਾ ਹੁੰਦਾ ਤਾਂ ਉਹ ਆਪਣੀ ਸੁਪਤਨੀ ਆਇਸ਼ਾ ਨੂੰ ਮੋਢਿਆਂ 'ਤੇ ਚੁੱਕ ਕੇ ਅਬਦਾਲਾਂ ਦਾ ਗੀਤ ਸੁਣਾਉਣ ਲਈ ਹਜ਼ਰਤ ਮੁਹੰਮਦ ਆਪੂ ਨਾ ਲੈ ਜਾਂਦੇ। ਰਾਗ ਲਿਵ ਜੋੜਦਾ ਹੈ ਅਤੇ ਸਾਡਾ ਮਾਰਗ ਲਿਵ ਦਾ ਮਾਰਗ ਹੈ। ਜਦ ਕੋਈ ਪੁਰਸ਼ ਆਪਣਾ ਸਭ ਕੁਝ ਰੱਬ ਨੂੰ ਸੌਂਪ ਦੇਵੇ ਤਾਂ ਵਾਹਿਗੁਰੂ ਉਸ ਨੂੰ ਆਪਣੇ ਚੁਣੇ ਹੋਏ ਬੰਦਿਆਂ ਵਿੱਚ ਗਿਣਦਾ ਹੈ। ਵਾਹਿਗੁਰੂ ਐਸੇ ਬੰਦੇ ਨੂੰ ਉੱਜਲ ਬੁੱਧੀ, ਪਿਆਰ ਦਾ ਖਜ਼ਾਨਾ, ਸਭ ਇਲਮ ਅਤੇ ਮਿਹਰ ਮੁਹੱਬਤ ਦੀ ਦਾਤ ਦਿੰਦਾ ਹੈ। ਜਿਸ ਬਹਿਲੋਲ ਨੂੰ ਨਿਸ਼ਚੇ ਦੀ ਦਾਤ ਦਿੱਤੀ ਉਹ ਇਤਨਾ ਬੇਪਰਵਾਹ ਹੋ ਗਿਆ ਕਿ ਇੱਕ ਸਮੇਂ ਇਰਾਕ ਦਾ ਬਾਦਸ਼ਾਹ ਉਸ ਪਾਸ ਆਇਆ ਤਾਂ ਉਹ ਕੰਧ ਨਾਲ ਢੋਲਗਾ ਲੱਤਾਂ ਨਿਸਾਲ ਕਰ ਆਰਾਮ ਪਏ ਕਰਦੇ ਸਨ। ਉਸ ਕੁਝ ਮੰਗਣ ਲਈ ਕਿਹਾ ਤਾਂ ਕਹਿਣ ਲੱਗੇ, ਬਸ ਇਹ ਕਿ ਤੁਹਾਡੇ ਵਰਗੇ ਬਾਦਸ਼ਾਹ ਫਕੀਰਾਂ ਪਾਸ ਉਹਨਾਂ ਦਾ ਵਕਤ ਜਾਇਆ ਕਰਨ ਨਾ ਆਇਆ ਕਰਨ। ਜਦ ਬਾਦਸ਼ਾਹ ਚਲਾ ਗਿਆ ਤਾਂ ਸਾਥੀ ਫਕੀਰ ਕਹਿਣ ਲੱਗੇ ਕਿ ਇਤਨਾ ਤਾਂ ਕਹਿ ਦਿੰਦੇ ਕਿ ਹੁਜਰਾ ਦੀ ਲੱਤ ਟੁੱਟੀ ਹੈ। ਬਹਿਲੋਲ ਇਹ ਸੁਣ ਕੇ ਕਹਿਣ ਲੱਗੇ, ਯਾਦ ਰੱਖਣਾ ਫਕੀਰੋ, ਹੱਥ ਪਸਾਰਨ ਵਾਲੇ ਲੱਤਾਂ ਨਹੀਂ ਪਸਾਰ ਸਕਦੇ। ਹਿੰਦ ਵਾਪਸੀ। ਬਗਦਾਦ ਤੋਂ ਗੁਰੂ ਜੀ ਇਸਫਹਾਨ, ਤਹਿਰਾਨ, ਮਸ਼ਹਦ, ਬੁਖਾਰਾ, ਸਮਰਕੰਦ, ਉਜ਼ਬਕ ਕੌਮ ਦੇ 12 ਪਿੰਡਾਂ ਤੋਂ ਹੁੰਦੇ ਹੋਏ ਬਲਖ, ਮੁਜ਼ਾਰ ਸ਼ਰੀਫ ਪੁੱਜੇ। ਉੱਥੋਂ ਇੱਕ ਦੇਗ ਵਿੱਚ ਖਾਣਾ ਪਕਾ ਕੇ ਅਤੇ ਦੁੰਬੇ ਨੂੰ ਮਾਰ ਕੇ ਮੇਲੇ 'ਤੇ ਸਾਰਿਆਂ ਨੂੰ ਖਵਾਉਂਦੇ ਹਨ। ਆਪ ਜੀ ਨੇ ਬਲੀ ਅਤੇ ਕੁਰਬਾਨੀ ਤੋਂ ਹਟਾ ਕੇ ਸਾਦਾ ਜ਼ਿੰਦਗੀ ਬਤੀਤ ਕਰਨ ਲਈ ਕਿਹਾ।
क्या खाधे किया पैंदे होए, जा मन नाही साचा सोए। दा शलोक गवाया। रजब शाह सैयद दी अगवाई हेठां उत्थे संगत बनी। मजार तो खुर्रम आए, उत्थे रोशनी जमीर नां दे पीर नाल गोश्त कीती अते एक अल्लाह दी इबादत वल लगाया। खुर्रम तो दर्रा बाग पार करके काबल तो 2 मील पहाड़ी उत्ते टिकाणा सी। ਅੰਮ੍ਰਿਤ ਵੇਲੇ ਸ਼ਬਦ ਕੀਰਤਨ ਆਰੰਭ ਕਰ ਦਿੱਤਾ ਤੇ ਲੋਕੀ ਇਕੱਠੇ ਹੋ ਗਏ। ਲੋਕੀ ਆਪ ਨੂੰ ਕਾਬਲ ਸ਼ਹਿਰ ਲੈ ਆਏ। ਉੱਥੋਂ ਅਸਕਰਾ ਪਹਾੜ ਤੇ ਗਏ, ਜਿੱਥੇ ਉਹ ਹੁਣ ਗੁਰੂ ਕਾ ਕੋਠਾ ਅਤੇ ਚਸ਼ਮਾ ਹੈ। ਜਦ ਆਪ ਜੀ ਹਿੰਦੁਸਤਾਨ ਵੱਲ ਟੁਰਨ ਲੱਗੇ ਤਾਂ ਲੋਕਾਂ ਪੁੱਛਿਆ ਕਿ ਫਿਰ ਦਰਸ਼ਨ ਕਦ ਹੋਣਗੇ, ਤਾਂ ਆਪ ਜੀ ਨੇ ਇੱਕ ਪੋਥੀ ਉਹਨਾਂ ਨੂੰ ਦਿੱਤੀ। ਗੁਰੂ ਜੀ ਦਾ ਭਾਵ ਸੀ ਕਿ ਸ਼ਬਦ ਰਾਹੀਂ ਹੀ ਮਿਲਾਵਾ ਹੈ। ਕੰਧਾਰ ਵਿਖੇ ਹੀ ਜਦ ਸੂਫੀ ਯਾਰ ਅਲੀ ਖਾਨ ਨੇ ਉੱਥੇ ਹੀ ਟਿਕਣ ਦੀ ਬੇਨਤੀ ਕੀਤੀ ਤਾਂ ਕਿ ਰੋਜ਼ ਕਦਮ ਬੋਸੀ ਹੋ ਸਕੇ, ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਸਾਡੀ ਕਦਮ ਬੋਸੀ ਇਹ ਹੈ ਕਿ ਰੋਜ਼ ਸੰਗਤ ਵਿੱਚ ਜਾ ਕੇ ਬੰਦਗੀ ਵਿੱਚ ਜੁੜਨਾ। ਦੀਦਾਰ ਹਨ ਰੋਜ਼ ਸ਼ਬਦ ਨੂੰ ਹਿਰਦੇ ਵਿੱਚ ਧਾਰਨਾ। ਖੈਬਰ ਪਾਰ ਕਰਕੇ ਹਜ਼ਾਰਾਂ ਦੇ ਇਲਾਕੇ ਪੁੱਜੇ। ਉਹਨਾਂ ਲੋਕਾਂ ਨੂੰ ਸੰਜਮੀ ਜੀਵਨ ਬਤੀਤ ਕਰਨ ਲਈ ਪ੍ਰੇਰ ਕੇ ਹਸਨ ਅਬਦਾਲ ਪੰਜਾ ਸਾਹਿਬ ਪੁੱਜੇ। ਪੰਜਾ ਸਾਹਿਬ ਮਹਿਮਾ ਪ੍ਰਕਾਸ਼ ਦੇ ਲਿਖਾਰੀ ਸਰੂਪ ਦਾਸ ਜੀ ਦਾ ਕਥਨ ਹੈ ਕਿ ਹਸਨ ਅਜੇ ਬਾਲਕ ਹੀ ਸੀ ਕਿ ਉਸ ਨੂੰ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਉਹ ਇੱਕ ਵੱਡਾ ਔਲੀਆ ਹੋ ਗਿਆ, ਅਬਦਾਲ ਕਰਕੇ ਜਾਣਿਆ ਜਾਣ ਲੱਗਾ। ਲੁਗਾਤ ਫਿਰੋਜੀ ਵਿੱਚ ਲਿਖਿਆ ਹੈ ਕਿ ਗਿਣਤੀ ਦੇ ਕੁੱਲ 70 ਅਬਦਾਲ ਹਨ। ਅਬਦਾਲ ਮਰਜ਼ੀ ਨਾਲ ਸਰੀਰ ਵਿੱਚੋਂ ਬਾਹਰ ਨਿਕਲ ਜਿੱਥੇ ਚਾਹੁਣ ਜਾ ਸਕਦੇ ਹਨ। ਮੁਸਲਮਾਨਾਂ ਵਿੱਚ ਇਹ ਖਿਆਲ ਵੀ ਪ੍ਰਚਲਿਤ ਹੈ ਕਿ ਮੀਂਹ ਆਦਿ ਉਹਨਾਂ ਕਰਕੇ ਹੀ ਪੈਂਦਾ ਹੈ। ਦੁੱਖ ਦੂਰ ਕਰਨ ਦੀ ਉਹਨਾਂ ਵਿੱਚ ਸ਼ਕਤੀ ਹੈ। ਉਸ ਨੇ ਆਪਣਾ ਡੇਰਾ ਇੱਕ ਪਹਾੜੀ ਤੇ ਰੱਖਿਆ ਅਤੇ ਉਸ ਦਾ ਨਾਂ ਅਲੀ ਯਾਰ ਵਲੀ ਕੰਧਾਰੀ ਪ੍ਰਸਿੱਧ ਹੋ ਗਿਆ। 7ਵੀਂ ਸਦੀ ਵਿੱਚ ਹਿਊਨ ਸਾਂਗ ਚੀਨੀ ਯਾਤਰੀ ਆਇਆ। ਉਸ ਨੇ ਲਿਖਿਆ ਹੈ, ਉੱਥੇ ਇੱਕ ਸਰੋਵਰ ਸੀ ਜਿਸ ਨੂੰ ਨਾਗਰਾਜ ਅਲਪਤਰ ਪਵਿੱਤਰ ਗਿਣਦਾ ਸੀ। ਉੱਥੇ ਹੀ ਬੋਧੀ ਮੱਠ ਸੀ। ਟੈਕਸਲਾ ਵੀ ਨੇੜੇ ਸੀ। ਖਾਨ ਮੁਹੰਮਦ ਵਲੀ ਉੱਲਾ ਖਾਨ ਦਾ ਲਿਖਣਾ ਹੈ ਕਿ ਹਸਨ ਅਬਦਾਲ ਸਬਜ਼ਵਰ ਦੇ ਸੈਯਦਾਂ ਦੇ ਖਾਨਦਾਨ ਵਿੱਚੋਂ ਸੀ, ਜੋ ਤੈਮੂਰ ਦੇ ਬੇਟੇ ਮਿਰਜ਼ਾ ਸ਼ਾਹ ਰੁਖ ਨਾਲ 15ਵੀਂ ਸਦੀ ਦੇ ਪਹਿਲੇ ਅੱਧ ਵਿੱਚ ਹਿੰਦੁਸਤਾਨ ਆਏ ਸਨ। ਕੁਝ ਵੀ ਹੋਵੇ, ਵਲੀ ਕੰਧਾਰੀ ਦੀ ਹਜ਼ਾਰਾਂ ਅਤੇ ਨਾਲ ਲੱਗਦੇ ਇਲਾਕੇ ਵਿੱਚ ਬਹੁਤ ਪ੍ਰਸਿੱਧੀ ਸੀ। ਜਦ ਗੁਰੂ ਨਾਨਕ ਦੇਵ ਜੀ ਦੀ ਸੋਭਾ ਉਸ ਸੁਣੀ ਤਾਂ ਉਹ ਜਰ ਨਾ ਸਕਿਆ। ਲੋਕਾਂ ਨੂੰ ਪਾਣੀ ਨਾ ਦੇ ਕੇ ਤੰਗ ਵੀ ਕਰਨ ਲੱਗ ਪਿਆ। ਮਰਦਾਨਾ ਜੀ ਜਦ ਉਸ ਕੋਲੋਂ ਪਾਣੀ ਲੈਣ ਲਈ ਗਏ ਤਾਂ ਉਸਨੇ ਕਿਹਾ, ਉਸਨੂੰ ਆਖ ਜਿਸ ਨਾਲ ਤੂੰ ਫਿਰਦਾ ਹੈ। ਕਵੀ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ, ਕਿਰਤ ਜਬ ਸ਼੍ਰੀ ਗੁਰੂ ਉਚਾਰੀ, ਜਰ ਨਾ ਸਕਿਓ ਵਲੀ ਕੰਧਾਰੀ। ਕਹੈ ਜੋ ਤਪਾ ਅਜਮਾਤੀ ਐਸੇ, ਕਿਉਂ ਨਾ ਮੰਗਾਵੇਂ ਜਲ ਮੈਂ ਬੈਸੇ। ਜਦ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਇੱਕ ਪੱਥਰ ਵੱਲ ਆਸਾ ਨਾਲ ਇਸ਼ਾਰਾ ਕਰਕੇ ਉਠਾਉਣ ਲਈ ਕਿਹਾ ਤਾਂ ਹੇਠੋਂ ਨਿਰਮਲ ਜਲ ਨਿਕਲ ਆਇਆ। ਕਰੋਧੀ ਵਲੀ ਕੰਧਾਰੀ ਨੇ ਪਹਾੜੀ ਦਾ ਇੱਕ ਪੱਥਰ ਸੁੱਟ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੱਬੇ ਜਾਣਗੇ। ਗੁਰੂ ਜੀ ਨੇ ਆਪਣੇ ਇੱਕੋ ਪਾਵਨ ਹੱਥ ਨਾਲ ਉਸ ਨੂੰ ਰੋਕਿਆ। ਉਸ ਤੇ ਪੰਜਾ ਨਿਸ਼ਾਨ ਵੀ ਲੱਗ ਗਿਆ। ਤਿਸ ਛਿਨ ਭਾਰੀ ਸਿਲਾ ਰਿਸਾਲਾ, ਅਜਮਤ ਤੇ ਪ੍ਰਹਾਰ ਤਿਸ ਕਾਲਾ। ਸ਼੍ਰੀ ਗੁਰੂ ਨੇ ਤਬ ਹਾਥ ਪਸਾਰਾ, ਤਿਸ ਆਵਤ ਕੋ ਕਿਨ ਅਗਾਰਾ। ਬੂਟੇ ਸ਼ਾਹ ਨੇ ਤਾਰੀਖ-ਏ ਸਿੱਖਾਂ ਵਿੱਚ ਲਿਖਿਆ ਹੈ ਕਿ ਪਹਾੜੀ ਦੀ ਚੋਟ ਤੇ ਇੱਕ ਵਲੀ ਕੰਧਾਰੀ ਨਾਂ ਦਾ ਫਕੀਰ ਰਹਿੰਦਾ ਸੀ। ਪਾਣੀ ਮੰਗਣ ਤੇ ਉਸ ਫਕੀਰ ਨੇ ਨਾ ਕਰ ਦਿੱਤੀ। ਨਾਨਕ ਸ਼ਾਹ ਨੇ ਪੱਥਰਾਂ ਵਿੱਚੋਂ ਇੱਕ ਪੱਥਰ ਤੇ ਪੰਜਾ ਮਾਰਿਆ। ਉਸ ਪੱਥਰ ਹੇਠੋਂ 5 ਨਹਿਰਾਂ ਦਾ ਨਿਰਮਲ ਅਤੇ ਸੁਆਦੀ ਜਲ ਵਹਿ ਤੁਰਿਆ। ਵਲੀ ਦਾ ਚਸ਼ਮਾ ਸੁੱਕ ਗਿਆ। ਇਸ ਗੱਲੋਂ ਫਕੀਰ ਨੂੰ ਰੋਹ ਚੜ੍ਹਿਆ ਅਤੇ ਉਸਨੇ ਇੱਕ ਭਾਰੀ ਪੱਥਰ ਗੁਰੂ ਸਾਹਿਬ ਵੱਲ ਸੁੱਟਿਆ। ਨਾਨਕ ਸ਼ਾਹ ਨੇ ਆਪਣੇ ਹੱਥ ਨਾਲ ਉਸ ਨੂੰ ਰੋਕ ਦਿੱਤਾ। ਹੁਣ ਤੱਕ ਉਸ ਫਕੀਰ ਦੀ ਦਰਗਾਹ ਪਹਾੜੀ ਅਤੇ ਨਾਨਕ ਸ਼ਾਹ ਦੀ ਯਾਦ ਵਿੱਚ ਦੀਵਾ ਮਚਾਇਆ ਜਾਂਦਾ ਹੈ। ਵਲੀ ਨੇ ਪਹਾੜੀ ਤੋਂ ਉਤਰ ਕੇ ਖਿਮਾ ਮੰਗੀ। ਮਹਾਰਾਜ ਨੇ ਉਪਦੇਸ਼ ਦਿੰਦੇ ਕਿਹਾ, ਤੈਂ ਮਤਸਰ ਦੁੱਖ ਨਾਹਕ ਜਾਨਾ, ਤਿਸ ਮੈਂ ਪ੍ਰਾਪਤ ਕਿਛ ਨ ਹੋਏ। ਹਰਖ ਹਿਰਦੈ ਕਰ ਤਿਆਗੋ ਸੋਏ, ਹਰਦਮ ਯਾਦ ਖੁਦਾਏ ਕਰੀਜੈ, ਮਾਨੁਖ ਤਨ ਸਫਲ ਕਰ ਲੀਜੈ। ਕਵੀ ਜੀ ਨੇ ਇਹ ਵੀ ਲਿਖਿਆ
कि कई इस पंजे नूं मिटाउण दी कोशिश करदे रहे पर सफल ना होए। रहे मिटाए यतन ते कई, रहियो सो चिन्ह हार गए कई। सरदार हरी सिंह नलवा ने जद ਸਿੰਧ ਦੇ ਪਾਰ ਉਰਾਰ ਦਾ ਇਲਾਕਾ ਜਿੱਤਿਆ ਤਾਂ ਇਸ ਸਥਾਨ ਨੂੰ ਨਵੇਂ ਸਿਰਿਓਂ ਉਸਾਰਿਆ। ਸੋਹਣ ਲਾਲ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਉਚੇਚੇ ਦਰਸ਼ਨ ਦੀਦਾਰ ਕਰਨ ਆਉਂਦੇ ਹਨ। ਭਾਈ ਬਹਿਲੋਲ ਜੀ ਨੇ ਪ੍ਰਸੰਗ ਗੁਰੂਕਾ ਵਿੱਚ ਲਿਖਿਆ ਹੈ, ਅਲੀਯਾਰ ਨੂੰ ਵਲੀ ਬਣਾਇਆ, ਬਿਮਲ ਜੋਤ ਨੂੰ ਸੁੱਧ ਕਰਾਇਆ। ਜੇਹਲਮ ਪੰਜਾ ਸਾਹਿਬ ਤੋਂ ਗੁਰੂ ਜੀ ਕਈ ਪਿੰਡਾਂ ਵਿੱਚ ਦੀ ਹੁੰਦੇ ਹੋਏ ਜ਼ਿਲ੍ਹਾ ਜੇਹਲਮ ਵਿੱਚ ਉਸ ਟਿੱਲੇ ਤੇ ਪੁੱਜੇ ਜਿੱਥੇ ਇੱਕ ਸਾਧੂ ਬਾਲ ਗੁੰਦਾਈ ਰਹਿੰਦਾ ਸੀ। ਬਾਲ ਗੁੰਦਾਈ ਦਾ ਨਾਂ ਲਛਮਣ ਸੀ। ਇੱਕ ਵਾਰੀ ਇੱਕ ਦਿਬ ਇਸਤਰੀ ਦੇ ਵਾਲ ਗੁੰਦਦੇ ਡੋਲੇ ਨਹੀਂ ਸਨ। ਇੱਥੋਂ ਟਿੱਲੇ ਦਾ ਨਾਂ ਹੀ ਬਾਲ ਗੁੰਦਾਈ ਪਿਆ ਲੱਗਦਾ ਹੈ। ਇੱਕ ਮਨੌਤ ਇਹ ਵੀ ਹੈ ਕਿ ਬਚਪਨ ਤੋਂ ਫਕੀਰੀ ਵੱਲ ਰੁਚੀ ਹੋਣ ਕਰਕੇ ਨਾਂ ਹੀ ਬਾਲ ਗੁੰਦਾਈ ਪੈ ਗਿਆ। ਉਸ ਨੇ ਬਹੁਤ ਵੱਡਾ ਡੇਰਾ ਬਣਾਇਆ ਹੋਇਆ ਸੀ। ਮਾਇਆ ਇਕੱਠੀ ਕਰਕੇ ਬੇਸ਼ੱਕ ਲੋੜਵੰਦਾਂ ਵਿੱਚ ਵੰਡਦਾ ਸੀ ਪਰ ਅਹੰਕਾਰੀ ਬਹੁਤ ਹੋ ਗਿਆ ਸੀ। ਉਸ ਦੀ ਪਕੜ ਛੁਡਵਾਉਣ ਲਈ ਗੁਰੂ ਜੀ ਨੇ ਉਸ ਦੇ ਸਥਾਨ 'ਤੇ ਬਾਹਰ ਜਾ ਡੇਰਾ ਕੀਤਾ। ਉਸ ਦੇ ਚੇਲਿਆਂ ਨੇ ਆ ਕੇ ਕਿਹਾ ਕਿ ਬਾਲ ਗੁੰਦਾਈ ਦੇ ਅਸਥਾਨ ਚੱਲੋ, ਪਰ ਮਹਾਰਾਜ ਨੇ ਕਿਹਾ, ਨਾ ਹਮ ਚਲ ਜਾਵੇ, ਜਹਾਂ ਬੈਠੇ ਤਹ ਰਹਿਣ ਬਿਤਾਵੇ, ਚਾਹੀਏ ਨਿਤ ਅਤੀਤ ਕੋ ਐਸੀ, ਆਏ ਜੋ ਬਣੇ ਬਿਤਾਵੇ ਤੈਸੀ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿੱਚ ਫਰਮਾਇਆ, ਜਿਹੀ ਆਵੇ ਤੇਹੀ ਗੁਜ਼ਾਰੇ। ਬਾਲ ਗੁੰਦਾਈ ਆਪੋਂ ਟੁਰ ਕੇ ਆਇਆ ਅਤੇ ਗੁਰੂ ਜੀ ਨੇ ਉਸ ਨੂੰ ਨਿਮਰਤਾ ਧਾਰਨ ਅਤੇ ਪਕੜ ਛੱਡਣ ਦਾ ਉਪਦੇਸ਼ ਦਿੱਤਾ। ਫਰਮਾਇਆ, ਹਉ ਵਿੱਚ ਕੀਤੇ ਕਰਮ ਕੁਝ ਨਾ ਕੁਝ ਨਿਸ਼ਾਨ ਛੱਡ ਦਿੰਦੇ ਹਨ ਜੋ ਪਿੱਛੋਂ ਪਹਾੜ ਬਣ ਕੇ ਤੰਗ ਕਰਦੇ ਹਨ। ਪਾਣੀ ਪਾੜਛੇ ਤੇ ਨਿਸਾਰ ਰਾਹੀਂ ਜਾਂਦਾ ਰਹਿੰਦਾ ਹੈ ਪਰ ਬੂਰ ਸਿਵਾਲ ਫਿਰ ਵੀ ਲੱਗ ਜਾਂਦੀ ਹੈ। ਹਿਉਮੇ ਵਿੱਚ ਕਰਮ ਨਹੀਂ ਕਰਨਾ, ਨਿਮਰਤਾ ਵਿੱਚ ਰਹਿਣਾ ਹੈ। ਜਿੱਥੇ ਗੁਰੂ ਜੀ ਬੈਠੇ ਸਨ ਉੱਥੇ ਯਾਦਗਾਰੀ ਥੜਾ ਹੈ। ਰੋਹਤਾਸ ਬਾਲ ਗੁੰਦਾਈ ਦੇ ਟਿੱਲੇ ਤੋਂ 7 ਕੁ ਮੀਲ ਦੀ ਵਿੱਥ ਤੇ ਰੋਹਤਾਸ ਹੈ। ਗੁਰੂ ਨਾਨਕ ਦੇਵ ਜੀ ਜਿੱਥੇ ਬੈਠੇ ਸਨ ਉੱਥੋਂ ਹੀ ਚਸ਼ਮਾ ਫੁੱਟ ਪਿਆ ਜਿਸ ਨੂੰ ਚੌਹਾਂ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਹਨ। ਬੂਟੇ ਸ਼ਾਹ ਨੇ ਤਵਾਰੀਖ ਪੰਜਾਬ ਵਿੱਚ ਲਿਖਿਆ ਹੈ ਕਿ ਕਿਲ੍ਹਾ ਰੋਹਤਾਸ ਜੋ ਪਹਾੜੀ ਦੀ ਇੱਕ ਚੋਟੀ 'ਤੇ ਹੈ ਦੇ ਨਜ਼ਦੀਕ ਹੀ ਇੱਕ ਚਸ਼ਮਾ ਹੈ ਜੋ ਨਾਨਕ ਸ਼ਾਹ ਦੇ ਕਦਮਾਂ ਦੀ ਬਰਕਤ ਨਾਲ ਜਾਰੀ ਹੋਇਆ। ਸ਼ੇਰ ਸ਼ਾਹ ਅਫਗਾਨ ਨੇ ਉਸ ਸਥਾਨ ਨੂੰ ਪਸੰਦ ਕੀਤਾ ਅਤੇ ਉਸ ਚਸ਼ਮੇ ਦੇ ਪਾਸ ਪੱਥਰਾਂ ਦਾ ਕਿਲ੍ਹਾ ਬਣਵਾਇਆ। ਉਹ ਚਸ਼ਮਾ ਉੱਥੋਂ ਖੁਸ਼ਕ ਹੋ ਕੇ ਕਿਲ੍ਹੇ ਦੇ ਬਾਹਰ ਜਾਰੀ ਹੋ ਗਿਆ। ਸ਼ੇਰ ਸ਼ਾਹ ਨੇ ਕਈ ਵਾਰੀ ਉਸ ਚਸ਼ਮੇ ਨੂੰ ਘੇਰੇ ਵਿੱਚ ਲਿਆਉਣਾ ਚਾਹਿਆ ਪਰ ਚਸ਼ਮਾ ਕਿਲ੍ਹੇ ਦੇ ਅੰਦਰ ਕਾਬੂ ਨਹੀਂ ਸੀ ਰਹਿੰਦਾ ਅਤੇ ਕਿਲ੍ਹੇ ਦੀ ਦੀਵਾਰ ਤੋਂ ਬਾਹਰ ਨਿਕਲ ਕੇ ਵਗਣ ਲੱਗ ਪੈਂਦਾ ਸੀ। ਸ਼ੇਰ ਸ਼ਾਹ ਮਜਬੂਰ ਹੋ ਕੇ ਹਟ ਗਿਆ। ਉਸ ਕਿਲ੍ਹੇ ਦੀਆਂ ਦੀਵਾਰਾਂ ਹੁਣ ਤੱਕ ਮੌਜੂਦ ਹਨ। ਉਹ ਚਸ਼ਮਾ ਪਹਾੜ ਦੇ ਹੇਠਾਂ ਜ਼ਮੀਨ 'ਤੇ ਜਾਰੀ ਹੈ ਅਤੇ ਰੋਹਤਾਸ ਆਉਣ ਵਾਲੇ ਲੋਕ ਰਾਤ ਉੱਥੇ ਕੱਢਦੇ ਹਨ। ਬਾਬੇ ਦੇ ਉਪਦੇਸ਼ ਦੀ ਵੀ ਇਹ ਸਿਫਤ ਹੈ, ਉਹ ਕਿਸੇ ਘੇਰੇ ਵਿੱਚ ਬੰਦ ਨਹੀਂ ਕੀਤੇ ਜਾ ਸਕਦੇ। ਉਹਨਾਂ ਦਾ ਉਪਦੇਸ਼ ਸਾਰਿਆਂ ਲਈ ਹੈ ਅਤੇ ਸਾਰੇ ਹੀ ਉਸ ਤੋਂ ਲਾਭ ਉਠਾਉਣ। ਕੇਰ ਭਾਗ ਦੀ ਦਰਿਆ ਜੇਹਲਮ ਵਿੱਚ ਗੁਰੂ ਨਾਨਕ ਦੇਵ ਜੀ ਨੇ ਭੇਰੇ ਤੋਂ ਪਾਰ ਕੀਤਾ। ਭੇਰੇ ਹੀ ਇੱਕ ਫਕੀਰ ਨੇ ਆਪਣੇ ਆਪ ਨੂੰ ਸ਼ਾਹ ਸੁਹਾਗਣ ਪ੍ਰਸਿੱਧ ਕੀਤਾ ਹੋਇਆ ਸੀ। ਉਸ ਨੇ ਸੁਹਾਗਣਾਂ ਵਾਲੇ ਲਾਲ ਕੱਪੜੇ ਪਾਏ ਹੋਏ ਸਨ। ਨਾਨਕ ਦੇਵ ਜੀ ਨੇ ਉਸ ਨੂੰ ਸੱਚ ਸੁਹਾਗਣ ਦੇ ਲੱਛਣ ਦਰਸਾਏ ਅਤੇ ਪਖੰਡੀ ਜੀਵਨ ਤੋਂ ਰੋਕਿਆ। ਉੱਥੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਜੈਸੁਖ ਪੁੱਜੇ। ਉਸ ਨੂੰ ਕੇਰ ਭਾਗ ਦੀ ਵੀ ਕਹਿੰਦੇ ਹਨ। ਉੱਥੇ ਵੀ ਸਿਆਲਕੋਟ ਦੇ ਹਜਮਾ ਗੌਂਸ ਵਾਂਗੂ ਇੱਕ ਤਪੱਸਵੀ ਜੋਗੀ ਰਾਜ ਤਪ ਕਰਕੇ ਪਿੰਡਾਂ ਨੂੰ ਗਰਕ ਕਰਨਾ ਚਾਹੁੰਦਾ ਸੀ। ਗੁਰੂ ਜੀ ਨੇ ਉਸ ਦੀ ਸਾਰੀ ਕਰਾਮਾਤ ਨੂੰ ਛਲਾਵਾ ਦੱਸਿਆ ਅਤੇ ਕਿਹਾ ਕਿ ਉਹਨਾਂ ਦੇ ਹੱਥ ਫੜਿਆ ਸੋਟਾ ਤਾਂ ਗਰਕ ਕਰਕੇ ਦਿਖਾ। ਉਸ ਸਾਰੇ ਯਤਨ ਕੀਤੇ ਪਰ ਨਿਸਫਲ। ਆਖਿਰ ਗੁਰੂ ਜੀ ਦੇ ਚਰਨੀ ਢੱਠਾ। ਗੁਰੂ ਜੀ ਨੇ ਉਸ ਨੂੰ ਸਤਨਾਮ ਦਾ ਮੰਤਰ ਦ੍ਰਿੜਾਇਆ। ਉਸ ਦੇ ਪੋਤੇ ਅਤੇ ਚੇਲੇ ਭਾਈ ਭਾਗ ਸਿੰਘ ਨੇ ਬਹੁਤ ਸੁੱਚਾ ਜੀਵਨ ਜੀਵਿਆ। ਮਹਾਰਾਜਾ ਰਣਜੀਤ ਸਿੰਘ ਨੇ 2200 ਰੁਪਏ ਦੀ ਜੰਗੀਰ ਲਗਾ ਦਿੱਤੀ, ਖੁਰਾਕ ਹਿਉਮੇ ਦੀ। ਉੱਥੇ ਆਪ ਜੀ ਡਿੰਗਾ ਪੁੱਜੇ। ਡਿੰਗਾ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਨਾਨਕਸਰ ਬਣਿਆ ਹੋਇਆ ਹੈ। ਜਦ ਆਪ ਜੀ ਡਿੰਗਾ ਪੁੱਜੇ ਤਾਂ ਇੱਕ ਆਦਮੀ ਨੂੰ ਢੋਲ ਵਜਾਉਂਦੇ ਡਿੱਠਾ।
ਪੁੱਛਣ ਤੇ ਉਸ ਦੱਸਿਆ ਕਿ ਨੇੜੇ ਹੀ ਇੱਕ ਜੋਗੀ ਰਹਿੰਦਾ ਹੈ ਜਿਸ ਨੇ ਕੁਝ ਨਾ ਖਾ ਕੇ ਚਲੀਹਾ ਕੱਟਿਆ ਹੈ ਅਤੇ ਪਰਸੋਂ ਉਸ ਦੇ 40 ਦਿਨ ਪੂਰੇ ਹੋ ਜਾਣੇ ਹਨ। ਇਹ ਗੱਲ ਦੀ ਸੂਚਨਾ ਦੇਣ ਲਈ ਉਹ ਢੋਲ ਵਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ ਕਿ ਅਜੇ 2 ਦਿਨ ਹੀ ਹਨ, ਇਹ ਸੂਚਨਾ ਪਰਸੋਂ ਹੀ ਦੇਵੀਂ। ਢੋਲ ਵਜਾਉਣ ਵਾਲੇ ਨੇ ਗੱਲ ਮੰਨ ਲਈ ਅਤੇ ਉਹ ਚਲਾ ਗਿਆ। ਗੁਰੂ ਨਾਨਕ ਦੇਵ ਜੀ ਨੇ ਉਸੇ ਸਥਾਨ ਤੇ ਜਾ ਡੇਰਾ ਲਾਇਆ ਜਿੱਥੇ ਜੋਗੀ ਚਲੀਹਾ ਕੱਟ ਰਿਹਾ ਸੀ। ਜਦ ਜੋਗੀ ਚਲੀਹਾ ਤੋਂ ਬਾਹਰ ਨਿਕਲਿਆ ਤਾਂ ਸਵਾਗਤ ਵਿੱਚ ਲੋਕੀ ਖੜੇ ਨਾ ਦੇਖ ਕੇ ਗਸ਼ ਖਾ ਕੇ ਡਿੱਗ ਪਿਆ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਮਰਦਾਨਾ ਜੀ ਨੂੰ ਭੇਜਿਆ ਕਿ ਢੋਲ ਵਾਲੇ ਨੂੰ ਜਾ ਕੇ ਆਖੇ ਕਿ ਪਿੰਡਾਂ ਵਿੱਚ ਢੰਡੋਰਾ ਦੇ ਦੇਵੇ ਕਿ ਜੋਗੀ ਦਾ ਚਲੀਹਾ ਪੂਰਾ ਹੋ ਗਿਆ ਹੈ। ਲੋਕੀ ਜਦ ਪੁੱਜੇ ਅਤੇ ਵਾਹ ਕੀਤੀ ਕਿ ਜੋਗੀ ਨੇ 40 ਦਿਨ ਕੁਝ ਨਹੀਂ ਖਾਧਾ ਤਾਂ ਜੋਗੀ ਉੱਠ ਬੈਠਾ। ਮਹਾਰਾਜ ਵੀ ਭੀੜ ਵਿੱਚੋਂ ਅੱਗੇ ਹੋ ਕੇ ਜਾ ਕੇ ਕਹਿਣ ਲੱਗੇ ਕਿ ਇਹ ਝੂਠ ਬੋਲਦਾ ਹੈ, ਇਸ ਨੂੰ ਖੁਰਾਕ ਮਿਲਦੀ ਰਹੀ ਹੈ, ਇਹ 40 ਦਿਨ ਖਾਂਦਾ ਰਿਹਾ ਹੈ। ਉਸ ਗੁੱਸੇ ਵਿੱਚ ਕਿਹਾ ਬਿਲਕੁਲ ਨਹੀਂ, ਤਾਂ ਮਹਾਰਾਜ ਨੇ ਫਰਮਾਇਆ ਕਿ ਇਸ ਦੀ ਖੁਰਾਕ ਹਿਉਮੇ ਹੈ ਅਤੇ ਉਹ ਉਸ ਨੂੰ ਮਿਲਦੀ ਰਹੀ ਹੈ। ਜਦ ਇਸ ਨੇ ਡਿੱਠਾ ਕਿ ਕੋਈ ਮਨੁੱਖ ਇਸਤਰੀ ਸਵਾਗਤ ਲਈ ਨਹੀਂ ਆਇਆ ਤਾਂ ਇਹ ਬੇਹੋਸ਼ ਹੋ ਗਿਆ ਅਤੇ ਜਦ ਵਾਹ ਸੁਣੀ ਤਾਂ ਫਿਰ ਉੱਠ ਬੈਠਾ। ਹਿਉਮੇ ਨੂੰ ਮਾਰੇ ਬਗੈਰ ਜੋਗ ਨਹੀਂ ਹੋ ਸਕਦਾ। ਬਾਬਰ ਕੈ ਬਾਬੇ ਮਿਲੇ। ਉੱਥੇ ਆਪ ਜੀ ਨਾਮ ਸ਼ਬਦ ਦਰੜਾਉਂਦੇ ਸੈਦਪੁਰ ਪੁੱਜੇ। ਉਧਰੋਂ ਖਬਰਾਂ ਪੁੱਜ ਰਹੀਆਂ ਸਨ ਕਿ ਬਾਬਰ ਵੀ ਤਾਹੀ ਕਰਕੇ ਆ ਰਿਹਾ ਹੈ। ਆਪ ਜੀ ਉਸ ਦੀ ਤਿਆਰੀ ਵੇਖ ਵੀ ਆਏ ਸਨ। ਆਪ ਜੀ ਨੇ ਐਸ਼ਾਂ ਵਿੱਚ ਪਏ ਹੁਕਮਰਾਨ ਅਤੇ ਸੁੱਤੀ ਹੋਈ ਜਨਤਾ ਨੂੰ ਉਠਾਉਣਾ ਚਾਹਿਆ, ਪਰ ਉਹਨਾਂ ਗੁਰੂ ਨਾਨਕ ਦੇਵ ਜੀ ਦੀ ਆਵਾਜ਼ ਨਾ ਸੁਣੀ। ਸੈਦਪੁਰ ਦੀ ਇੱਟ ਨਾਲ ਇੱਟ ਵੱਜ ਗਈ। ਗੁਰੂ ਨਾਨਕ ਦੇਵ ਜੀ ਤਾਂ ਫਿਰ ਵੀ ਸ਼ੁਕਰ ਵਿੱਚ ਸਨ, ਪਰ ਸਾਰਾ ਇਲਾਕਾ ਚੀਕਾਂ ਮਾਰ ਰਿਹਾ ਸੀ। ਬਾਬਾ ਅਤੇ ਬਾਬਰ ਮਿਲੇ ਵੀ। ਭਾਈ ਗੁਰਦਾਸ ਜੀ ਦੀ ਗਵਾਹੀ ਹੈ, ਬਾਬਰ ਕੈ ਬਾਬਾ ਮਿਲੇ, ਨਿਵ ਨਿਵ ਸਭ ਨਵਾਬ ਨਿਵਾਇਆ, ਦੀਨ ਦੁਨੀਆ ਦਾ ਪਾਤਸ਼ਾਹ ਬੇਮੁਹਤਾਜ ਰਾਜ ਘਰ ਆਇਆ। ਬਾਬਰ ਦੀ ਇੱਕ ਪੁੱਛ ਕੀ ਰਾਜ ਕਿਸ ਸਮੇਂ ਬਦਲਦੇ ਹਨ। ਗੁਰੂ ਨਾਨਕ ਦੇਵ ਜੀ ਨੇ ਖੂਬ ਕਿਹਾ ਕਿ ਜਦ ਇਨਸਾਫ ਨਾ ਮਿਲੇ, ਇਨਸਾਫ ਨਾ ਹੋਵੇ, ਸਗੋਂ ਇਨਸਾਫ ਰੋਕਿਆ ਜਾਏ ਤਾਂ ਰਾਜ ਬਦਲ ਜਾਂਦੇ ਹਨ। ਜਬ ਛੂਟੇ ਅਦਾਲਤ ਹੋਏ ਬੇਅਦਲ, ਛੂਟੇ ਨਿਆਉ ਰਾਜ ਹੋਏ ਬਦਲ। ਬਾਬਰ ਨੇ ਇਸ ਕਤਲਾਮ ਤੋਂ ਬਾਅਦ ਸਭ ਬੰਦੀਆਂ ਨੂੰ ਛੱਡ ਦਿੱਤਾ ਸੀ ਅਤੇ ਐਮਨਾਬਾਦ ਦੇ ਨਾਂ ਦਾ ਨਵਾਂ ਨਾਮ ਵੀ ਵਸਾਇਆ ਸੀ। ਕੈਸੀ ਅਜ਼ਮਤ ਸੀ ਗੁਰੂ ਨਾਨਕ ਦੇਵ ਜੀ ਦੀ। ਤਬ ਬਾਬਰ ਕਰੀ ਬੰਦ ਖਲਾਸ, ਤਾਹਾਂ ਐਮਨਾਬਾਦ ਵਸਾਇਆ ਬਾਂਸ, ਕਰ ਬੰਦ ਖਲਾਸ ਨਗਰ ਵਸਾਇਆ। ਤਬ ਮੀਰ ਬਾਬਰ ਦਿੱਲੀ ਭਰ ਧਾਇਆ। ਮੁਫਤੀ ਅਲਾਉਦੀਨ ਨੇ ਇਬਰਤਨਾਮਾ ਵਿੱਚ ਲਿਖਿਆ ਹੈ ਕਿ ਬਾਬਰ ਨੇ ਕਿਹਾ ਕਿ ਉਸ ਲਈ ਦੁਆ ਮੰਗੋ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਜਦ ਤੱਕ ਬਾਬਰ ਅਤਿਆਚਾਰ ਦਾ ਰਾਹ ਛੱਡਣ ਦਾ ਪ੍ਰਣ ਨਹੀਂ ਕਰਦਾ, ਦੁਆਏ ਨਹੀਂ ਹੋ ਸਕਦੀ। ਫਿਰ ਬਾਬਾ ਅੱਗੇ ਸਿਰ ਝੁਕਾਇਆ ਅਤੇ ਸਭ ਕੈਦੀ ਰਿਹਾ ਕਰ ਦਿੱਤੇ। ਇੱਥੋਂ ਤੱਕ ਕਿ ਬਾਬਾ ਜੀ ਉਸ ਲਸ਼ਕਰ ਵਿੱਚ ਜੋ ਕੁਝ ਕਹਿੰਦੇ ਜਾਂ ਕੁਝ ਕਰਦੇ, ਕਿਸੇ ਨੂੰ ਉਹਨਾਂ ਤੇ ਕੋਈ ਇਤਰਾਜ਼ ਨਾ ਹੁੰਦਾ। ਬਾਬਰ ਹੱਥ ਵਿੱਚ ਜ਼ੁਲਮ ਦੀ ਕੈਂਚੀ ਲੈ ਕੇ ਵੜਦਾ ਗਿਆ। ਬਾਬਾ ਹੱਥ ਵਿੱਚ ਸੂਈ ਧਾਗਾ ਲੈ ਕੇ ਸੀਂਦਾ ਹੀ ਚਲਾ ਗਿਆ। ਇੱਕ ਟੱਕਰ ਜੋ ਐਮਨਾਬਾਦ ਤੋਂ ਆਰੰਭ ਹੋਈ, ਸਦੀਆਂ ਤੱਕ ਚੱਲਦੀ ਰਹੀ। ਬਾਬਰ ਦੇ ਪੁੱਤਰ ਹਮਾਯੂ ਨੇ ਤਲਵਾਰ ਕੱਢੀ ਤਾਂ ਗੁਰੂ ਅੰਗਦ ਦੇਵ ਜੀ ਉਸ ਵਿਰੁੱਧ ਡਟ ਗਏ। ਜਹਾਂਗੀਰ ਨੇ ਅੱਤ ਚੁੱਕੀ ਤਾਂ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਜਹਾਂਗੀਰ ਦਾ ਪੋਤਰਾ ਔਰੰਗਜ਼ੇਬ ਜੇ ਜ਼ੁਲਮਾਂ ਤੇ ਉਤਾਰੂ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਜੀ ਨੇ ਉਸ ਦੇ ਸਿਰ ਚੜ੍ਹ ਦਿੱਲੀ ਜਾ ਕੇ ਸੀਸ ਫੋੜ ਦਿੱਤਾ। ਗੁਰੂ ਨਾਨਕ ਦਾ ਘਰ ਸੱਚ, ਪ੍ਰੇਮ, ਅਣਖ ਅਤੇ ਆਜ਼ਾਦੀ ਦਾ ਰਾਖਾ ਆਇਆ ਹੈ ਅਤੇ ਇਸ ਲਈ ਗੁਰੂ ਅਤੇ ਉਹਨਾਂ ਦਾ ਸਿੱਖ ਹਰ ਕੁਰਬਾਨੀ ਕਰਨ ਲਈ ਤਿਆਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਬਚਿੱਤਰ ਨਾਟਕ ਵਿੱਚ ਇਸ ਪਾਸੇ ਦੀ ਗੱਲ ਆਖੀ ਹੈ ਕਿ ਉਧਰੋਂ ਬਾਬਰ ਧਾਇਆ ਅਤੇ ਇਧਰੋਂ ਬਾਬਾ ਆ ਗਿਆ। ਪਰਮੇਸ਼ਵਰ ਨੇ ਕੈਸਾ ਢੋ ਟੁਕਾਇਆ, ਬਾਬੇ ਕੇ ਬਾਬਰ ਕੇ ਦਿਓ, ਆਪ ਕਰੇ ਪਰਮੇਸ਼ਵਰ ਸੋ। ਇਸੇ ਸੰਬੰਧ ਵਿੱਚ ਗੁਲਾਮ ਅਲੀ ਖਾਂ ਸੱਯਦ ਨੇ ਪੁਸਤਕ ਇਮਾਦ ਉਸ ਸੁਆਦਤ ਵਿੱਚ ਲਿਖਿਆ ਹੈ ਕਿ ਬਾਬਰ ਨੇ ਤਾਂ ਕੇਵਲ ਇਲਾਕੇ ਹੀ ਜਿੱਤੇ, ਪਰ ਨਾਨਕ ਸ਼ਾਹ ਨੇ ਹਕੀਕੀ ਰਾਜ ਨੂੰ ਆਪਣੇ ਅਧਿਕਾਰ ਹੇਠ ਲਿਆਂਦਾ। ਐਮਨਾਬਾਦ ਦੁਖੀਆਂ ਦਾ ਦਰਦ ਵੰਡਾਉਂਦੇ ਆਪ ਜੀ
1521 ਦੇ ਅਖੀਰ ਵਿੱਚ ਤਲਵੰਡੀ ਪੁੱਜੇ। ਪੁਰਾਤਨ ਜਨਮ ਸਾਖੀ ਅਨੁਸਾਰ ਤਬ ਘਰ ਆਏ ਕੋਈ ਦਿਨ ਘਰ ਰਹੇ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਆਪ ਜੀ ਨੇ ਆਪਣਾ ਟਿਕਾਣਾ ਕਰਤਾਰਪੁਰ ਕਰ ਲਿਆ ਅਤੇ ਜੀਵਨ ਦੇ ਆਖਰੀ 18 ਸਾਲ ਕਰਤਾਰਪੁਰ ਟਿਕੇ। ਅੱਜ ਅਸੀਂ ਬਲਿਓ ਚਿਰਾਗ ਕਿਤਾਬ ਦੇ 182 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।